सुखमणि सुख अमृत प्रभ नाम भगत जना के मन बिसराम। वाहिगुरु जी का खालसा वाहिगुरु जी की फतेह।
जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। IGS ਦੇ ਡਿਜੀਟਲ ਪਲੇਟਫਾਰਮ ਤੇ ਗੁਰਬਾਣੀ ਕਥਾ ਵਿਚਾਰ ਦੇ ਵਿੱਚ ਆਪ ਜੀ ਨੂੰ ਜੀ ਆਇਆਂ ਨੂੰ ਆਖਦਾ ਹੈ ਸਵਰਨ ਸਿੰਘ। IGS ਜਿੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰਮਤਿ ਦੇ ਨਾਲ ਜੋੜਨ ਦਾ ਉਪਰਾਲਾ ਕਰਦੀ ਹੈ, ਉੱਥੇ ਅੱਜ ਕੱਲ੍ਹ ਕਰੋਨਾ ਵਾਇਰਸ ਤੇ ਇਸ ਮਹਾਮਾਰੀ ਦੇ ਚਲਦਿਆਂ ਘਰੋਂ ਘਰੀ ਬੈਠਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾ ਸਿਰਫ ਬੱਚਿਆਂ ਨੂੰ ਸਗੋਂ ਸਾਡੇ ਵਰਗੇ ਜਿਹੜੇ ਗੁਰਬਾਣੀ ਦੇ ਨਾਲ ਪਿਆਰ ਰੱਖਦੇ ਨੇ ਉਹਨਾਂ ਨੂੰ ਵੀ ਗੁਰਬਾਣੀ ਦੇ ਨਾਲ ਗੁਰਬਾਣੀ ਵਿਚਾਰ ਦੇ ਨਾਲ ਜੋੜਨ ਦਾ ਇਹ ਉਪਰਾਲਾ ਕਰ ਰਹੇ ਨੇ। ਇਸ ਉਪਰਾਲੇ ਦੇ ਤਹਿਤ ਇਸ ਵੇਲੇ IGS ਵੱਲੋਂ ਇੱਕ ਲੜੀ ਚਲਾਈ ਗਈ ਹੈ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰਥਾ ਸਹਿਤ ਵਿਚਾਰ। ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਕਿਉਂਕਿ ਜਿੱਥੇ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਸ਼ਲੋਕ ਨੂੰ ਅਸ਼ਟਪਦੀ ਨੂੰ ਪਹਿਲੇ ਕੀਰਤਨ ਰੂਪ ਦੇ ਵਿੱਚ ਸੰਗਤਾਂ ਸਾਹਮਣੇ ਗਾਇਨ ਕੀਤਾ ਜਾਏਗਾ, ਨਾਲ ਹੀ ਇਸ ਦੀ ਵਿਚਾਰ ਕੀਤੀ ਜਾਏਗੀ, ਕਿਉਂਕਿ ਪਹਿਲੀ ਅਸ਼ਟਪਦੀ ਦੀ ਵਿਆਖਿਆ ਹੋ ਚੁੱਕੀ ਹੈ ਔਰ ਆਪ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕੀ ਹੈ। ਦਾਸ ਦੀ ਸੇਵਾ ਲੱਗੀ ਹੈ ਦੂਜੀ ਅਸ਼ਟਪਦੀ ਦੀ ਵਿਆਖਿਆ ਦੀ, ਔਰ ਮੈਂ ਆਪ ਜੀ ਨੂੰ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਜੋ ਸੁਖਮਨੀ ਸਾਹਿਬ ਬਾਣੀ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਹੈ। ਇਤਿਹਾਸਿਕ ਕਥਾ ਅਨੁਸਾਰ ਇਹ ਬਾਣੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 1601-1602 ਈਸਵੀ ਦੇ ਵਿੱਚ ਰਾਮਸਰ ਦੀ ਪਵਿੱਤਰ ਧਰਤੀ ਤੇ ਉਚਾਰਨ ਕੀਤੀ ਸੀ। ਉਹ ਪਾਵਨ ਪਵਿੱਤਰ ਧਰਤੀ ਜਿੱਥੇ ਗੁਰੂ ਸਾਹਿਬ ਨੇ ਸ਼ਬਦ ਗੁਰੂ ਆਦਿ ਗ੍ਰੰਥ ਦੀ ਸੰਪਾਦਨਾ ਦਾ ਮਹਾਨ ਕਾਰਜ ਕੀਤਾ ਸੀ। ਇਸ ਬਾਣੀ ਦੇ ਵਿੱਚ 24 ਅਸ਼ਟਪਦੀਆਂ ਨੇ ਤੇ ਇਹਨਾਂ 24 ਅਸ਼ਟਪਦੀਆਂ ਦੇ ਵਿੱਚ ਹਰ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਹੈ। ਬਹੁਤ ਹੀ ਲੰਬੀ ਬਾਣੀ ਹੈ ਜਿਹਦਾ ਕੇਂਦਰੀ ਭਾਵ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇਹ ਰਹਾਉ ਵਾਲੀ ਪੰਕਤੀ ਹੈ। ਰਹਾਉ ਵਾਲੀ ਪੰਕਤੀ ਜੋ ਹੈ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ। ਵੈਸੇ ਆਮ ਕਰਕੇ ਸਾਰੇ ਇਸ ਬਾਣੀ ਨੂੰ ਸੁੱਖਾਂ ਦੀ ਮਣੀ ਕਹਿੰਦੇ ਨੇ, ਪਰ ਜੇਕਰ ਅਸੀਂ ਵਿਦਵਾਨਾਂ ਦੀ ਰਾਏ ਮੰਨੀਏ ਤਾਂ ਵਿਦਵਾਨ ਕਹਿੰਦੇ ਨੇ ਕਿ ਇਸ ਬਾਣੀ ਦਾ ਜੋ ਸਿਰਲੇਖ ਹੈ ਸੁਖ ਮਨ ਕੀ ਭਾਵ ਮਨ ਦੀ ਅਜਿਹੀ ਅਵਸਥਾ ਜਿੱਥੇ ਕੇਵਲ ਤੇ ਕੇਵਲ ਆਨੰਦ ਹੈ, ਤੇ ਇਸ ਅਵਸਥਾ ਦਾ ਜੋ ਕੇਂਦਰ ਹੈ ਜਿਹਨੂੰ ਅਸੀਂ ਐਕਸਲ ਕਹਿ ਸਕਦੇ ਹਾਂ ਉਹ ਹੈ ਨਾਮ। ਭਾਵ ਨਾਮ ਦਾ ਜਾਪ ਕਰਨ ਨਾਲ, ਨਾਮ ਨੂੰ ਹਿਰਦੇ 'ਚ ਵਸਾਉਣ ਨਾਲ ਉਸ ਪਰਮਾਤਮਾ ਦਾ ਪਿਆਰ ਪ੍ਰਾਪਤ ਹੁੰਦਾ ਹੈ ਤੇ ਜਿਸ ਦੇ ਸਦਕਾ ਮਨ ਦੇ ਵਿੱਚ ਸਦੀਵੀ ਆਨੰਦ, ਹਰ ਵੇਲੇ ਦੀ ਖੁਸ਼ੀ ਜੋ ਹੈ, ਹਰ ਵੇਲੇ ਦਾ ਸੁੱਖ ਜੋ ਹੈ ਉਹ ਬਣਿਆ ਰਹਿੰਦਾ। ਅੱਜ ਅਸੀਂ ਆਰੰਭ ਕਰ ਰਹੇ ਹਾਂ ਦੂਜੀ ਅਸ਼ਟਪਦੀ ਤੇ ਇਸ ਅਸ਼ਟਪਦੀ ਦੀ ਆਰੰਭਤਾ ਜਿਹੜੀ ਹੈ ਉਹ ਸ਼ਲੋਕ ਨਾਲ ਹੋਣੀ ਹੈ। ਅਸੀਂ ਪਹਿਲਾਂ ਸ਼ਲੋਕ ਦੀ ਵਿਚਾਰ ਕਰਾਂਗੇ, ਕਿਉਂਕਿ ਅੱਜ ਦੀ ਇਸ ਅਸ਼ਟਪਦੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਨਾਮ ਦੀ ਮਹਿਮਾ ਬਾਰੇ ਦੱਸਿਆ ਕਿ ਨਾਮ ਦੀ ਕਿਤਨੀ ਵਡਿਆਈ ਹੈ, ਨਾਮ ਕਿਤਨਾ ਉੱਚਾ ਹੈ, ਕਿਤਨਾ ਵੱਡਾ ਹੈ ਔਰ ਜੀਵ ਦੇ ਇਹ ਕਿੱਥੇ ਕਿੱਥੇ ਸਹਾਈ ਹੁੰਦਾ ਹੈ। ਤੇ ਅੱਗੇ ਚੱਲ ਕੇ ਗੁਰੂ ਸਾਹਿਬ ਫਿਰ ਇਹ ਸਾਨੂੰ ਦੱਸਦੇ ਨੇ ਕਿ ਸੰਸਾਰ ਦੇ ਅੰਦਰ ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਕਰਕੇ, ਕਈ ਤਰ੍ਹਾਂ ਦੇ ਧਾਰਮਿਕ ਕਾਰਜ ਕਰਕੇ, ਰਸਮਾਂ ਰਿਵਾਜਾਂ ਦੇ ਨਾਲ, ਕਈ ਪ੍ਰਕਾਰਾਂ ਦੇ ਵਰਤਾਂ ਦੇ ਨਾਲ ਇਸ ਵਡਿਆਈ ਨੂੰ ਜਾਂ ਪ੍ਰਮਾਤਮਾ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ, ਪਰ ਇਹ ਨਾਮ ਇਤਨਾ ਵੱਡਾ ਹੈ, ਇਹਦੀ ਬਖਸ਼ਿਸ਼ ਦੇ ਨਾਲ ਉਹ ਸਾਰੀਆਂ ਅਵਸਥਾਵਾਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਨੇ। ਇਹਦੀ ਖੁੱਲ੍ਹ ਕੇ ਵਿਚਾਰ ਆਪ ਜੀ ਦੇ ਨਾਲ ਬਾਣੀ ਦੇ ਰਾਹੀਂ ਨਾਲ ਨਾਲ ਸਾਂਝੀ ਕਰਾਂਗੇ। ਆਓ ਆਰੰਭ ਕਰਦੇ ਹਾਂ ਦੂਜੀ ਅਸ਼ਟਪਦੀ ਤੇ ਉਸ ਤੋਂ ਪਹਿਲਾਂ ਜੋ ਗੁਰੂ ਸਾਹਿਬ ਨੇ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ ਹੈ ਸੁਖਮਨੀ ਸਾਹਿਬ ਦੇ ਵਿੱਚ, ਇਹਦੀ ਵਿਚਾਰ। ਦੂਜੀ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਹੈ, ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਗੁਰੂ ਸਾਹਿਬ ਇਸ ਸ਼ਲੋਕ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਨੇ ਕਿ ਇਹ ਦੀਨਾਂ ਦੇ ਦਰਦ ਤੇ ਦੁੱਖ
ਨਾਸ਼ ਕਰਨ ਵਾਲੇ ਪ੍ਰਭੂ, हे ਹਰ ਥਾਂ ਹਰ ਸਰੀਰ ਦੇ ਵਿੱਚ ਵਿਆਪਕ, हे ਮਾਲਕ, ਇਹ ਸੰਸਾਰ ਦੇ ਪਾਲਣਹਾਰ, ਸਿਰਜਣਹਾਰ, हे ਅਕਾਲ ਪੁਰਖ, हे ਅਨਾਥਾਂ ਦੇ ਨਾਥ, ਮੈਂ ਤੇਰੀ ਸ਼ਰਨ ਆਇਆ ਹਾਂ। ਸਾਨੂੰ ਇੱਥੇ ਚੇਤੇ ਰੱਖਣਾ ਹੈ ਕਿ ਜਿਹੜੀ ਸ਼ਰਨ ਆਉਣ ਵਾਲੀ ਗੱਲ ਹੈ ਉਹ ਅਸਲ ਦੇ ਵਿੱਚ ਗੁਰੂ ਸਾਹਿਬ ਸਾਨੂੰ ਕਿਸ ਕੰਟੈਕਸਟ ਦੇ ਵਿੱਚ ਦੱਸ ਰਹੇ, ਭਾਵ ਸ਼ਰਨ ਆਉਣਾ ਹੈ ਕੀ। ਕਿਉਂਕਿ ਅਕਸਰ ਅਸੀਂ ਇਸ ਭੁਲੇਖੇ 'ਚ ਰਹਿ ਜਾਂਦੇ ਹਾਂ ਕਿ ਮੈਂ ਗੁਰਦੁਆਰਾ ਸਾਹਿਬ ਗਿਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਤੇ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ। ਨਹੀਂ, ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਕੇਵਲ ਸਰੀਰ ਕਰਕੇ ਕੋਈ ਵੀ ਕੀਤਾ ਗਿਆ ਧਾਰਮਿਕ ਕਾਰਜ, ਕੋਈ ਵੀ ਕੀਤਾ ਗਿਆ ਧਾਰਮਿਕ ਕਰਮ ਸੰਪੂਰਨ ਨਹੀਂ ਹੋ ਸਕਦਾ ਜਦ ਤੱਕ ਸਰੀਰ ਦੇ ਨਾਲ ਮਨ ਦੀ, ਜੋ ਮਨੁੱਖੀ ਮਨ ਹੈ, ਉਹਦੀ ਇਨਵੋਲਵਮੈਂਟ ਨਾ ਹੋ। ਕਿਉਂਕਿ ਜੇ ਸਰੀਰ ਗੁਰਦੁਆਰੇ ਦੇ ਵਿੱਚ ਹੈ, ਸਰੀਰ ਜੋ ਹੈ ਗੁਰਦੁਆਰੇ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਰਿਹਾ ਹੈ, ਔਰ ਜੇਕਰ ਮਨ ਕਿਤੇ ਹੋਰ ਭਟਕ ਰਿਹਾ ਹੈ ਤੇ ਫਿਰ ਇਸ ਨੂੰ ਅਸੀਂ ਸ਼ਰਨ ਆਣਾ ਨਹੀਂ ਕਹਿ ਸਕਦੇ। ਅਸਲ ਸ਼ਰਨ ਤਾਂ ਹੀ ਹੈ ਮਾਲਕ ਦੀ, ਪ੍ਰਭੂ ਦੀ, ਗੁਰੂ ਦੀ। ਅਸਲ ਸ਼ਰਨ ਉਹ ਹੈ ਜਦੋਂ ਇਸ ਤਨ ਦੇ ਨਾਲ ਮਨ ਵੀ ਜਿਹੜਾ ਹੈ ਉਹ ਗੁਰੂ ਚਰਨਾਂ ਦੇ ਵਿੱਚ ਜੁੜ ਜਾਵੇ। ਬਾਣੀ ਨੂੰ ਪੜ੍ਹਨਾ ਤੇ ਬਾਣੀ ਦੇ ਇਹਨਾਂ ਅਰਥਾਂ ਨੂੰ ਵਿਚਾਰਨਾ, ਸਮਝਣਾ, ਇਹ ਗੁਰਸਿੱਖ ਦੇ ਦੋਨੋਂ ਕਾਰਜ ਨੇ। ਕਿਉਂਕਿ ਅੱਖਾਂ ਸਰੀਰ ਕਰਕੇ ਬਾਣੀ ਪੜ੍ਹਦੀਆਂ, ਪਰ ਜਦੋਂ ਮਨ ਕਰਕੇ ਇਸ ਬਾਣੀ ਨੂੰ ਵਿਚਾਰਨਾ ਤੇ ਜੀਵਨ ਦੇ ਵਿੱਚ ਅਪਲਾਈ ਕਰਨਾ, ਇਹ ਕਾਰਜ ਹੋ ਜਾਂਦੇ ਨੇ, ਤਾਂ ਸੰਪੂਰਨਤਾ ਹੁੰਦੀ ਹੈ। ਤੇ ਇਸ ਲਈ ਗੁਰੂ ਸਾਹਿਬ ਨੇ ਇਸ ਦੂਜੀ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਸਾਡੀ ਝੋਲੀ ਦੇ ਵਿੱਚ ਪਾਇਆ, ਇਸ ਬਾਣੀ ਰਾਹੀਂ ਇਸ ਗੱਲ ਨੂੰ ਅਸੀਂ ਦ੍ਰਿੜ ਕਰੀਏ ਕਿ ਉਸ ਮਾਲਕ, ਸੰਸਾਰ ਦੇ ਸਿਰਜਣਹਾਰ, ਪਾਲਣਹਾਰ, ਸਾਰਿਆਂ ਦੀਨਾਂ ਦੁਖੀਆਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਉਹ ਪਰਮਾਤਮਾ ਹੈ। ਤੇ ਜਦੋਂ ਅਸੀਂ ਮਨ ਕਰਕੇ ਆਪਣੇ ਚੇਤੇ ਵਿੱਚ ਹਰ ਵੇਲੇ ਉਸ ਨੂੰ ਯਾਦ ਰੱਖਾਂਗੇ ਤਾਂ ਸਮਝਾਂਗੇ ਕਿ ਅਸੀਂ ਉਹਦੀ ਸ਼ਰਨ ਆਏ। ਤੇ ਜਿਹੜਾ ਸ਼ਰਨ ਆ ਜਾਂਦਾ ਹੈ, ਜੋ ਪਰਮਾਤਮਾ ਦੀ, ਮਾਲਕ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਫਿਰ ਉਸ ਨੂੰ ਪਰਮਾਤਮਾ ਆਪਣਿਆਂ ਬੱਚਿਆਂ ਵਾਂਗ, ਆਪਣੇ ਧੀਆਂ ਪੁੱਤਰਾਂ ਵਾਂਗ ਸੰਭਾਲਦਾ ਹੈ। ਫਿਰ ਉਸ ਨੂੰ ਕਦੇ ਕੋਈ ਦੁੱਖ ਨਹੀਂ ਵਿਆਪਦਾ। ਸ਼ਲੋਕ ਤੋਂ ਬਾਅਦ ਅੱਗੇ ਦੂਸਰੀ ਅਸ਼ਟਪਦੀ ਆਰੰਭ ਹੁੰਦੀ ਹੈ। ਗੁਰੂ ਸਾਹਿਬ ਜੀ ਨੇ ਇਸ ਅਸ਼ਟਪਦੀ ਦੇ ਵਿੱਚ ਪਹਿਲਾਂ ਨਾਮ ਦੀ ਵਡਿਆਈ ਸਾਡੀ ਝੋਲੀ ਦੇ ਵਿੱਚ ਪਾਈ ਕਿ ਪ੍ਰਮਾਤਮਾ ਦਾ ਨਾਮ ਕਿੰਨਾ ਵੱਡਾ ਹੈ, ਇਹ ਕਿਸ ਤਰ੍ਹਾਂ, ਕਿੱਥੇ ਸਹਾਈ ਹੁੰਦਾ ਹੈ, ਔਰ ਇਹਦੇ ਤੁਲ ਕੁਝ ਵੀ ਨਹੀਂ ਹੈ। ਸੰਸਾਰ ਦੇ ਜਿੰਨੇ ਰਿਸ਼ਤੇ, ਸੁੱਖ ਸੁਵਿਧਾਵਾਂ, ਜਾਂ ਹੋਰ ਅਸੀਂ ਕਹਿ ਲਈਏ ਕਿ ਸਾਡੇ ਆਲੇ ਦੁਆਲੇ ਜਿੰਨੇ ਵੀ ਧਨ ਪਦਾਰਥ ਨੇ, ਇਹ ਸਭ ਤੁੱਛ ਨੇ ਨਾਮ ਦੇ ਸਾਹਮਣੇ। ਗੁਰੂ ਸਾਹਿਬ ਨੇ ਰਿਸ਼ਤਿਆਂ ਰਾਹੀਂ, ਗੁਰੂ ਸਾਹਿਬ ਨੇ ਸਮਾਜ ਦੇ ਆਲੇ ਦੁਆਲੇ ਰਾਹੀਂ, ਗੁਰੂ ਸਾਹਿਬ ਨੇ ਪਰਿਵਾਰਕ ਸੰਬੰਧਾਂ ਰਾਹੀਂ, ਸਮਾਜਿਕ ਸੰਬੰਧਾਂ ਰਾਹੀਂ, ਜਾਂ ਹੋਰ ਜਿਹੜੀਆਂ ਸਮਾਜ ਦੀਆਂ ਪਦਵੀਆਂ ਨੇ, ਪੋਸਟਸ ਨੇ, ਹੋਰ ਕਈ ਉਦਾਹਰਨਾਂ ਰਾਹੀਂ ਸਾਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਦਾ ਨਾਮ ਕਿੰਨਾ ਵੱਡਾ, ਕਿੰਨਾ ਉੱਚਾ ਹੈ। ਆਓ ਪਹਿਲਾਂ ਗੁਰੂ ਸਾਹਿਬ ਜੀ ਬਖਸ਼ੀ ਇਸ ਬਾਣੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਵਡਿਆਈ ਸਮਝਦੇ ਹਾਂ। ਗੁਰੂ ਸਾਹਿਬ ਆਰੰਭ ਕਰਦੇ ਨੇ ਦੂਸਰੀ ਅਸ਼ਟਪਦੀ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਗੁਰੂ ਸਾਹਿਬ ਇੱਥੇ ਜਿਹੜੇ ਸਾਡੇ ਸਭ ਤੋਂ ਨੇੜ ਦੇ ਰਿਸ਼ਤੇ ਨੇ,
ਮਾਤਾ ਪਿਤਾ, ਮਿੱਤਰ, ਭਰਾ। ਇਹਦਾ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਜੀਵਨ ਦੇ ਵਿੱਚ ਜਿੱਥੇ ਤੇਰੀ ਮਾਂ, ਤੇਰਾ ਪਿਤਾ, ਤੇਰਾ ਦੋਸਤ, ਤੇਰਾ ਭਰਾ ਤੇਰੀ ਸਹਾਇਤਾ ਨਹੀਂ ਕਰ ਸਕਦਾ, ਜੀਵਨ ਦੇ ਉਸ ਅਨੋਖੇ, ਔਖੇ, ਦੁਖਦਾਈ ਜਾਂ ਕਹਿ ਲਈਏ ਕਿ ਚੈਲੰਜਿੰਗ ਦੇ ਸਮੇਂ ਦੇ ਵਿੱਚ ਜਿੱਥੇ ਇਹ ਸਾਰੇ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ, ਪਰਮਾਤਮਾ ਦਾ ਨਾਮ ਤੇਰੇ ਉੱਥੇ ਵੀ ਸਹਾਈ ਹੋਏਗਾ। ਉਹ ਏਡਾ ਵੱਡਾ ਹੈ, ਉਸ ਦਾ ਨਾਮ ਇਤਨਾ ਉੱਚਾ ਹੈ ਕਿ ਜਿੱਥੇ ਜਹ ਭਿਆਨ ਜਹ ਮਹਾ ਭਿਆਨ ਦੂਤ ਜਮਦਨ, ਕਿ ਉਹ ਭਿਆਨਕ ਥਾਂ ਜਿੱਥੇ ਮੌਤ ਦਾ ਫਰਿਸ਼ਤਾ ਜਿਹੜਾ ਹੈ ਉਹ ਦਲੇ ਮਲੇ ਕਰ ਦਿੰਦਾ ਸਭ ਕੁਝ, ਇੱਥੇ ਉਹ ਵੀ ਨਹੀਂ ਤੈਨੂੰ ਛੱਡਦਾ, ਤਹਿ ਕੇਵਲ ਨਾਮ ਸੰਗ ਤੇਰੇ ਚਲੇ। ਤੇ ਜੇਕਰ ਤੇਰੇ ਕੋਲ ਉਸ ਪੰਧ ਤੇ ਉਸ ਰਸਤੇ ਤੇ ਵੀ ਪਰਮਾਤਮਾ ਦਾ ਨਾਮ ਹੈ ਤਾਂ ਤੇਰੀ ਖਲਾਸੀ ਹੋ ਸਕਦੀ। ਭਾਵ ਪਰਮਾਤਮਾ ਦਾ ਨਾਮ ਉੱਥੇ ਵੀ ਜਾ ਸਕਦਾ ਜਿੱਥੇ ਸੂਈ ਨਹੀਂ ਜਾ ਸਕਦੀ। ਸੰਸਾਰ ਦੇ ਇਹ ਸੁੱਖ ਪਦਾਰਥ, ਇਹ ਮਹਿਲ ਮਾੜੀਆਂ, ਇਹ ਗੱਡੀਆਂ ਜਾਂ ਹੋਰ ਐਸ਼ੋ ਇਸ਼ਰਤ ਦਾ ਜਿਹੜਾ ਸਮਾਨ ਅਸੀਂ ਇਕੱਠਾ ਕਰੀ ਬੈਠੇ ਹਾਂ, ਇਹ ਨਾਲ ਨਹੀਂ ਜਾਂਦਾ। ਨਾਲ ਕੀ ਜਾਂਦਾ ਹੈ? ਪਰਮਾਤਮਾ ਦਾ ਨਾਮ। ਉਹ ਨਾਮ ਕਿੱਦਾਂ? ਰਸਨਾ ਦੇ ਨਾਲ ਜਪਿਆ ਹੋਇਆ ਤੇ ਚੇਤੇ ਦੇ ਵਿੱਚ ਵਸਾਇਆ ਹੋਇਆ। ਇਹ ਉਹ ਇਲਾਹੀ ਨਾਮ ਇਤਨਾ ਉੱਚਾ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਨੇ, ਯਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਬੜੇ ਸਮੇਂ ਆਉਂਦੇ ਨੇ ਸਾਡੇ ਜੀਵਨ ਦੇ ਵਿੱਚ ਜਦੋਂ ਸਾਨੂੰ ਕੋਈ ਵੱਡੀ ਪਰੇਸ਼ਾਨੀ, ਕੋਈ ਸਮੱਸਿਆ ਆ ਕੇ ਰੁਕੀ, ਕਿਉਂਕਿ ਜੀਵਨ ਤੇ ਚੈਲੰਜ ਹੈ। ਕਹਿੰਦੇ ਲਾਈਫ ਅਨਐਗਜ਼ਾਮਿਨਡ ਇਜ਼ ਵੇਸਟ। ਜੇਕਰ ਜੀਵਨ ਦੇ ਵਿੱਚ ਕੋਈ ਪ੍ਰੀਖਿਆ ਨਹੀਂ, ਕੋਈ ਚੈਲੰਜ ਨਹੀਂ, ਕੋਈ ਤਕਲੀਫ ਨਹੀਂ, ਕੋਈ ਦੁੱਖ ਨਹੀਂ ਜਾਂ ਕੋਈ ਕੰਪੀਟੀਸ਼ਨ ਨਹੀਂ, ਤਾਂ ਸਮਝੋ ਜੀਵਨ ਵਿਅਰਥ ਹੈ, ਕਿਉਂਕਿ ਜੀਵਨ ਉੱਥੇ ਖੜਾ ਹੋ ਗਿਆ। ਜੀਵਨ ਦੇ ਵਿੱਚ ਜਦੋਂ ਇਹ ਚੈਲੰਜਸ ਆਉਂਦੇ ਨੇ ਜਾਂ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਈ ਪਰੇਸ਼ਾਨੀ, ਕੋਈ ਦੁੱਖ, ਇਹ ਜੀਵਨ ਦੇ ਵਿੱਚ ਜਦੋਂ ਆਉਂਦੇ ਨੇ ਤੇ ਸਮਝੋ ਕਿ ਜੀਵਨ ਚੱਲ ਰਿਹਾ ਹੈ। ਜਦੋਂ ਇਹ ਚੀਜ਼ਾਂ ਖਤਮ ਹੋ ਜਾਣ ਤਾਂ ਜੀਵਨ ਹੀ ਖਤਮ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੱਥੇ ਵੱਡੀਆਂ ਸਮੱਸਿਆਵਾਂ ਤੇਰੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ, ਜਿੱਥੇ ਕੋਈ ਵੱਡਾ ਚੈਲੰਜ ਆ ਜਾਏ, ਜੇਕਰ ਤੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ ਤਾਂ ਫਿਰ ਇਹ ਉਸ ਵੱਡੀ ਸਮੱਸਿਆ ਨੂੰ ਵੀ ਖਿੰਨ ਦੇ ਵਿੱਚ, ਭਾਵ ਅੱਖ ਦੇ ਝਪਕਣ ਦੇ ਸਮੇਂ ਦੇ ਵਿੱਚ ਵੀ ਖਤਮ ਕਰ ਸਕਦਾ ਹੈ। ਇਹ ਨਾਮ ਐਡਾ ਵੱਡਾ ਹੈ। ਜਿਹੜੇ ਗੁਰੂ ਸਾਹਿਬ ਸਾਨੂੰ ਇਸ ਨਾਮ ਦੀ ਵਡਿਆਈ ਇਸ ਤਰ੍ਹਾਂ ਸਮਝਾ ਰਹੇ ਨੇ ਕਿ ਮੁਸ਼ਕਲ ਭਾਰੀ, ਭਾਵ ਬਹੁਤ ਵੱਡੀ ਕੋਈ ਮੁਸ਼ਕਲ ਆ ਜਾਵੇ, ਪਰਮਾਤਮਾ ਦਾ ਨਾਮ ਖਿੰਨ ਇੱਕ ਪਲ ਦੇ ਵਿੱਚ ਤੇਰਾ ਉਧਾਰ ਕਰ ਸਕਦਾ। ਉਹ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ, ਸਿਰ ਦੇ ਵਿੱਚ ਰੇਤ ਪੈ ਰਹੀ ਹੈ। ਇਹ ਤੋਂ ਵੱਡਾ ਮੁਸ਼ਕਲ ਦਾ ਸਮਾਂ, ਇਹ ਤੋਂ ਵੱਡੀ ਔਖੀ ਘੜੀ ਕਿਹੜੀ ਹੋਏਗੀ? ਪਰ ਇੱਥੇ ਵੀ ਅਸੀਂ ਇਹ ਭੁਲੇਖਾ ਨਹੀਂ ਖਾਣਾ ਕਿ ਗੁਰੂ ਸਾਹਿਬ ਨੇ ਕੋਈ ਚਮਤਕਾਰ ਕੀਤਾ ਹੈ। ਨਹੀਂ, ਇਹ ਕਿਹੜੀ ਤਾਕਤ ਸੀ? ਇਹ ਉਸ ਨਾਮ ਦੀ ਤਾਕਤ ਸੀ। ਏਡੀ ਵੱਡੀ ਮੁਸ਼ਕਲ ਦੇ ਵਿੱਚ ਵੀ ਇਹ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ, ਕਿਉਂਕਿ ਨਾਮ ਮਨ ਦੇ ਵਿੱਚ ਹੈ, ਤਨ ਦੇ ਨਾਲ ਕੀ ਹੋ ਰਿਹਾ ਨਹੀਂ। ਔਰ ਇਸ ਤਰ੍ਹਾਂ ਦੇ ਕਿਤਨੇ ਉਦਾਹਰਣ ਸਿੱਖ ਇਤਿਹਾਸ ਦੇ ਵਿੱਚ ਨੇ। ਸੀਸ ਤੇ ਆਰਾ ਚੱਲ ਰਿਹਾ, ਦੇਗ 'ਚ ਉਬਾਲਿਆ ਜਾ ਰਿਹਾ, ਰੂਹ 'ਚ ਲਪੇਟ ਕੇ ਸਾੜਿਆ ਜਾ ਰਿਹਾ, ਦੀਵਾਰਾਂ ਦੇ ਵਿੱਚ ਚਿਣਿਆ ਜਾ ਰਿਹਾ, ਬੰਦ ਕੱਟੇ ਜਾ ਰਹੇ ਨੇ। ਇਹ ਮੁਸ਼ਕਲ ਦੀ, ਇਹ ਬੜੀ ਔਖੀ ਘੜੀ, ਇਹ ਮੁਸ਼ਕਲ ਦਾ ਸਮਾਂ ਸੀ। ਪਰ ਜਿਨ੍ਹਾਂ ਦੇ ਉੱਤੇ ਇਹ ਸਮਾਂ ਜਾਂ ਜਿਨ੍ਹਾਂ ਦੇ ਉੱਤੇ ਇਹ ਮੁਸ਼ਕਲ ਬਣੀ, ਉਹਨਾਂ ਨੇ ਉਫ ਤੱਕ ਨਹੀਂ ਕੀਤਾ। ਕਿਉਂ? ਕਿਉਂਕਿ ਉਹ ਨਾਮ ਦੇ ਨਾਲ ਜੁੜੇ, ਤੇ ਇਹ ਉਹ ਨਾਮ ਹੈ ਪਰਮਾਤਮਾ ਦਾ। ਇਹ ਇਤਨਾ ਵੱਡਾ ਹੈ ਕਿ ਜੇਕਰ ਇਹ ਨਾਮ ਅੰਦਰ ਹੈ, ਇਸ ਨਾਮ ਦੀ ਇਸ ਤਾਕਤ ਦੇ ਨਾਲ ਜੀਵ ਜੋ ਹੈ ਏਡੀਆਂ ਵੱਡੀਆਂ ਮੁਸ਼ਕਲਾਂ ਵੀ ਜਿਹੜੀਆਂ ਨੇ ਉਹ ਖੇੜੇ ਮੁੱਠੇ ਸਹਾਰ ਲੈਂਦਾ। ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਅਨੇਕਾਂ ਕਰੋੜਾਂ ਕੀਤੇ ਹੋਏ ਪਾਪ ਜਿਹੜੇ ਨੇ ਤੇਰੇ, ਇਹ ਪਰਮਾਤਮਾ ਦੇ ਨਾਮ ਦੇ ਨਾਲ ਇੱਕ ਪਲ ਦੇ ਵਿੱਚ ਜੋ ਹੈ ਉਹ ਖਤਮ ਹੋ ਜਾਂਦੇ। ਕਿਉਂ? ਅਨੇਕਾਂ ਧਾਰਮਿਕ ਰਸਮਾਂ, ਧਾਰਮਿਕ ਕਾਰਜਾਂ ਦੇ ਨਾਲ ਜੀਵ ਜੋ ਹੈ ਉਹ ਆਪਣੇ ਕੀਤੇ ਹੋਏ ਪਾਪਾਂ ਨੂੰ ਧੋਣ ਦਾ ਯਤਨ ਕਰਦਾ ਹੈ, ਨਹੀਂ ਧੋ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਣੀ ਦੇ ਵਿੱਚ ਸਾਨੂੰ ਸਪਸ਼ਟ ਸਮਝਾਇਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ
ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਹੈ ਕਹਿ। ਤੇਰੇ ਕੀਤੇ ਹੋਏ ਦਾਨ ਪੁੰਨ ਜਾਂ ਹੋਰ ਬੜੇ ਸਾਰੇ ਧਾਰਮਿਕ ਕਾਰਜ ਤੇਰੇ ਪਾਪਾਂ ਨੂੰ ਨਹੀਂ ਮੁਕਾ ਸਕਦੇ। ਨਾਮ ਦੀ ਵਡਿਆਈ ਹੈ। ਇਹ ਨਾਮ ਸਿਮਰਨ ਦੇ ਨਾਲ, ਨਾਮ ਜਪਣ ਦੇ ਨਾਲ ਤੇਰੇ ਇਹ ਸਾਰੇ ਪਾਪ ਜਿਹੜੇ ਨੇ ਉਹ ਮੁਕਾ ਸਕਦੇ। ਕਿਉਂ? ਕਿਉਂਕਿ ਨਾਮ ਪਵਿੱਤਰ ਹੈ, ਤੇ ਜਿੱਥੇ ਨਾਮ ਹੈ ਉੱਥੇ ਨਾ ਤਾਂ ਮੈਲ ਹੈ, ਨਾ ਝੂਠ ਹੈ, ਨਾ ਫਰੇਬ ਹੈ, ਨਾ ਧੋਖਾ ਹੈ, ਨਾ ਨਿੰਦਿਆ ਹੈ। ਉੱਥੇ ਤੇ ਖੇੜਾ ਹੈ, ਉੱਥੇ ਤੇ ਆਨੰਦ ਹੈ, ਉੱਥੇ ਤੇ ਪ੍ਰਮਾਤਮਾ ਦੀ ਸਿਫਤ ਹੈ, ਉੱਥੇ ਪਿਆਰ ਹੈ, ਉੱਥੇ ਕੁਰਬਾਨੀ ਹੈ। ਇਹ ਨਾਮ ਦੀ ਵਡਿਆਈ ਗੁਰੂ ਸਾਹਿਬ ਸਾਡੀ ਝੋਲੀ ਦੇ ਵਿੱਚ ਪੈਰ ਪਾ ਰਹੇ ਨੇ। ਗੁਰੂ ਸਾਹਿਬ ਅੱਗੇ ਬਚਨ ਕਰਦੇ ਨੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਇਹ ਦੂਸਰੀ ਅਸ਼ਟਪਦੀ ਦੀ ਪਹਿਲੀ ਪੌੜੀ ਜਿਹੜੀ ਹੈ ਉਹ ਇੱਥੇ ਇਸ ਤਰ੍ਹਾਂ ਸੰਪੂਰਨ ਹੁੰਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਨਾ, ਇਹ ਮਨ ਨੂੰ ਸੰਬੋਧਨ ਕਰਦੀ ਹੈ। ਇੱਥੇ ਕੋਈ ਨਾਮ ਨਹੀਂ, ਕਿਉਂਕਿ ਮਨ ਤੂੰ ਜੋਤ ਸਰੂਪ ਹੈ। ਇਹ ਉਸ ਪ੍ਰਮਾਤਮਾ ਦੀ ਜੋਤ ਸਰੂਪ ਮਨ, ਇਹ ਸਾਰਿਆਂ ਦੇ ਅੰਦਰ ਹੈ, ਇਹ ਪ੍ਰਮਾਤਮਾ ਦੀ ਉਹ ਅੰਸ਼ ਹੈ। ਤੇ ਇਸ ਲਈ ਇਹ ਜੋ ਆਵਾਜ਼ ਹੈ, ਇਹ ਜੋ ਬਾਣੀ ਦੀ ਜੋ ਇੱਕ ਗੁਰੂ ਸਾਹਿਬ ਨੇ ਸਾਨੂੰ ਗੁਰਤੀ ਬਖਸ਼ੀ ਹੈ, ਇਹ ਕਿਸੇ ਨਾਮ ਦੇ ਲਈ, ਭਾਵ ਕਿਸੇ ਇੱਕ ਮਨੁੱਖ ਜਾਂ ਕਿਸੇ ਇੱਕ ਜਾਤੀ ਜਾਂ ਕਿਸੇ ਇੱਕ ਫਿਰਕੇ ਦੇ ਲਈ ਨਹੀਂ ਹੈ। ਇਹ ਸਾਰਿਆਂ ਦੇ ਲਈ ਸਾਂਝੀ, ਇਹ ਯੂਨੀਵਰਸਲ ਹੈ। ਤੇ ਇਸ ਲਈ ਗੁਰੂ ਸਾਹਿਬ ਮਨ ਨੂੰ ਸੰਬੋਧਨ ਕਰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਮੇਰੇ ਮਨ ਨਾਮ ਜਪ। ਇੱਦਾਂ ਦਾ ਨਾਮ ਜਿੱਥੇ ਮਾਂ ਪਿਓ ਵੀ ਸਹਾਈ ਨਹੀਂ, ਭਰਾ ਵੀ ਸਹਾਈ ਨਹੀਂ, ਜਿੱਥੇ ਮੌਤ ਦਾ ਜਿਹੜਾ ਦੇਵਤਾ ਜਿਹੜਾ ਨਾਮ ਨੂੰ ਛੱਡ ਕੇ ਚਲਾ ਜਾਂਦਾ ਹੈ। ਨਾਮ ਇਤਨਾ ਵੱਡਾ ਜਿਹੜਾ ਕਰੋੜਾਂ ਪਾਪ ਨਾਸ਼ ਕਰ ਦਿੰਦਾ ਹੈ। ਨਾਮ ਇਹੋ ਜਿਹਾ ਇਲਾਹੀ ਨਾਮ, ਇਹ ਉਸ ਪਰਮਾਤਮਾ ਦਾ ਮਨ ਕਰਕੇ ਜਪ, ਕਨੇਰੇ ਸੁਖ ਪ੍ਰਾਪਤ ਹੋ। ਭਾਵ ਜੀਵਨ ਦੇ ਵਿੱਚ ਇਤਨੀ ਤੇਰੇ ਅੰਦਰ, ਤੇਰੇ ਮਨ ਦੇ ਵਿੱਚ ਸਟਰੈਂਥ ਬਣ ਜਾਏਗੀ ਕਿ ਤੈਨੂੰ ਫਿਰ ਇਹ ਦੁੱਖ ਜਿਹੜੇ ਨੇ ਨਾ, ਇਹ ਕੁਛ ਨਹੀਂ ਕਰ ਸਕਦੇ। ਸੁਖ ਆਣਗੇ, ਇਹਦਾ ਇਹ ਭਾਵ ਨਹੀਂ ਕਿ ਜੀਵਨ ਦੇ ਵਿੱਚ ਇਹ ਚੈਲੰਜਸ, ਇਹ ਦੁੱਖ ਜਾਂ ਇਹ ਔਖਾ ਸਮਾਂ ਨਹੀਂ ਆਏਗਾ, ਪਰ ਤੈਨੂੰ ਪਰਵਾਹ ਨਹੀਂ, ਕਿਉਂਕਿ ਉਹ ਬੇਪਰਵਾਹ, ਤੇ ਉਹਦੇ ਗੁਣ ਗਾ ਕੇ, ਉਹਦੇ ਨਾਮ ਨੂੰ ਜਪ ਕੇ, ਉਹਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਤੂੰ ਬੇਪਰਵਾਹ ਹੋ ਜਾਏ। ਭਾਵ ਤੇਰੇ ਅੰਦਰ ਇਤਨੀ ਸਮਰੱਥਾ ਆ ਜਾਏਗੀ, ਤੇਰਾ ਜਿਹੜਾ ਇਹ ਮਨ ਹੈ, ਇਹ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਦੇ ਨਾਲ, ਨਾਮ ਜਪਣ ਦੇ ਨਾਲ ਇਹ ਇਤਨਾ ਬਲਵਾਨ ਹੋ ਜਾਏਗਾ ਕਿ ਇਹ ਦੁੱਖ, ਤਕਲੀਫ, ਇਹ ਪਰੇਸ਼ਾਨੀ, ਇਹ ਤੈਨੂੰ ਕੁਝ ਨਹੀਂ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਨੇ। ਅੱਗੇ ਦੂਸਰੀ ਪੌੜੀ ਜਿਹੜੀ ਹੈ ਉਹ ਗੁਰੂ ਸਾਹਿਬ ਇੱਥੋਂ ਆਰੰਭ ਕਰਦੇ ਨੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। लाख करोरी बंध ना परै, हर का नाम जपत निस्तरै। अनक माया रंग तिख न बुझावै, हर का नाम जपत आघावै। जे मार्ग एह जात अकेला, तै हर नाम संग होत सुहेला। ऐसा नाम मन सदा ध्याइयै, ਨਾਨਕ ਗੁਰਮੁਖ ਪਰਮ ਗਤ ਪਾਈਐ। ਕਹਿੰਦੇ ਕਿ ਜੀਵ ਸੁੱਖਾਂ ਦੀ ਇੱਛਾ ਕਰਦਾ ਕਰਦਾ ਸਾਰੀ ਸ੍ਰਿਸ਼ਟ ਦਾ, ਭਾਵੇਂ ਰਾਜਾ ਕਿਉਂ ਨਾ ਬਣ ਜਾਏ, ਭਾਵ ਉਹਦੇ ਕੋਲ ਬੜਾ ਪੈਸਾ, ਨੌਕਰ ਚਾਕਰ, ਗੱਡੀਆਂ, ਮਹਿਲ ਮਾੜੀਆਂ ਆ ਜਾਣ, ਉਹ ਤਾਂ ਵੀ ਦੁਖੀ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਮਾਲਕ ਬਣ ਜਾਏ ਤਾਂ ਵੀ ਉਹਦੇ ਅੰਦਰ ਦੁੱਖ ਨੇ, ਤਾਂ ਵੀ ਉਹਦੀ ਜਿਹੜੀ ਤ੍ਰਿਸ਼ਨਾ ਹੈ, ਉਹਦੀ ਮਾਇਆ ਦੀ ਜਿਹੜੀ ਇੱਛਾ ਹੈ, ਉਹ ਪੂਰੀ ਨਹੀਂ ਹੋ ਸਕਦੀ। ਗੁਰੂ ਸਾਹਿਬ ਕਹਿੰਦੇ ਨੇ ਹਰ ਕਾ ਨਾਮ ਜਪਤ ਹੋਏ ਸੁਖੀਆ। ਔਰ ਉਹ ਨਾਮ ਜਪਣ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦਾ ਮਾਲਕ ਜੇਕਰ ਨਾਮ ਜਪਣ ਲੱਗ ਜੇ, ਭਾਵ ਸਾਰੀ ਸ੍ਰਿਸ਼ਟੀ ਦੇ ਉੱਤੇ ਰਾਜ ਕਰਨ ਵਾਲਾ ਉਹ ਰਾਜਾ ਅਗਰ ਉਹਨਾਂ ਪਦਾਰਥਾਂ ਦਾ ਮੋਹ ਛੱਡ ਕੇ ਨਾਮ ਵੱਲ ਆ ਜਾਏ, ਨਾਮ ਜਪਣ ਲੱਗ ਜਾਏ, ਤਾਂ ਜੀਵਨ 'ਚ ਸੁੱਖ ਆ ਜਾਏ। ਨਾਮ ਜਪਣ ਵਾਲਾ ਜ਼ਮੀਨ 'ਤੇ ਸੋ ਕੇ ਵੀ ਸੁਖੀ ਹੈ, ਉਹਨੂੰ ਮਖਮਲੀ ਗੱਦਿਆਂ ਦੀ ਲੋੜ ਨਹੀਂ। ਨਾਮ ਦੇ ਵਿੱਚ ਇਤਨੀ ਬਰਕਤ ਹੈ।
लाख करोरी बंध ना परै, हर का नाम जपत निस्तर। करोड़ां बंधन ਜਿਹੜੇ ਨੇ ਉਹ ਮੁੱਕ ਜਾਂਦੇ ਨੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ। ਇਸ ਤਰ੍ਹਾਂ ਜੀਵ ਦਾ ਨਿਸਤਾਰਾ ਹੋ ਜਾਂਦਾ ਹੈ। ਅਨਕ ਮਾਇਆ ਰੰਗ ਤਿਖ ਨਾ ਬੁਝਾ, ਹਰ ਕਾ ਨਾਮ ਜਪਤ ਆਗਾ। ਲੱਖਾਂ ਕਰੋੜਾਂ ਔਰ ਇਸ ਤੋਂ ਵੀ ਅੱਗੇ ਕਈ ਵੱਡੀਆਂ ਗਿਣਤੀਆਂ ਨੇ ਮਾਇਆ ਦੀਆਂ, ਇਹਨਾਂ ਪਦਾਰਥਾਂ ਦੀਆਂ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜਿੰਨੇ ਇਕੱਠੇ ਕਰੀ ਜਾਂਦਾ ਨਾ ਜੀਵ, ਉਹਦੀ ਤੇ ਬੁਝਦੀ ਨਹੀਂ। ਉਹ ਹੋਰ ਤੇ ਹੋਰ ਹੋਰ ਹੋਰ, ਜਿਹਦੇ ਕੋਲ 100 ਨੇ ਉਹ 200, ਜਿਹਦੇ ਕੋਲ 200 ਨੇ ਉਹ 2000, ਜਿਹਦੇ ਕੋਲ 2000 ਨੇ ਉਹ 4000 ਜਾਂ 20000, ਹੋਰ ਕਈ ਤਰ੍ਹਾਂ ਇਸ ਤਰ੍ਹਾਂ ਮਾਇਆ ਦੀ ਗਿਣਤੀ ਦੇ ਵਿੱਚ ਉਹ ਅੱਗੇ ਅੱਗੇ ਵਧਣਾ ਚਾਹੁੰਦਾ ਹੈ। ਭਾਵ ਜਿਤਨੀ ਮਾਇਆ ਆਉਂਦੀ ਹੈ, ਜਿਤਨੇ ਸੁੱਖ ਆਉਂਦੇ ਨੇ, ਉਹ ਚਾਹੁੰਦਾ ਹੈ ਕਿ ਇਹਦੇ ਵਿੱਚ ਹੋਰ ਇਜ਼ਾਫਾ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਤਨੇ ਮਰਜ਼ੀ ਤੂੰ ਧਨ ਪਦਾਰਥ ਇਕੱਠੇ ਕਰ ਲੈ, ਜਿਤਨੀ ਮਰਜ਼ੀ ਮਾਇਆ ਇਕੱਠੀ ਕਰ ਲੈ, ਇਹ ਮਾਇਆ ਦੀ ਤ੍ਰੇ ਨਹੀਂ ਬੁਝਦੀ। ਹਾਂ, ਜੇਕਰ ਤੇਰੇ ਅੰਦਰ ਇਹ ਨਾਮ ਦੀ ਚਿਣਗ ਜਗ ਪਏ, ਕਿ ਤੇਰੇ ਅੰਦਰ ਨਾਮ ਦਾ ਪਿਆਰ ਪੈ ਜਾਵੇ, ਤਾਂ ਫਿਰ ਇਹ ਮਾਇਆ ਦੀ ਜਿਹੜੀ ਹੈ ਇਹ ਤ੍ਰੇ, ਮਾਇਆ ਦੀ ਪਿਆਸ ਇਹ ਬੁਝ ਸਕਦੀ ਹੈ। ਜਿਹੇ ਮਾਰਗ ਇਹ ਜਾਤ ਇਕੇਲਾ, ਤੈ ਹਰ ਨਾਮ ਸੰਗ ਭੂਤ ਸੁਹੇਲਾ। ਹੁਣ ਜੀਵਨ ਦਾ ਉਹ ਪੰਧ ਜਿੱਥੇ ਕੋਈ ਦੋਸਤ ਬੇਲੀ ਮਿੱਤਰ ਨਾਲ ਨਹੀਂ ਜਾਂਦੇ, ਜਿੱਥੇ ਇਕੱਲਿਆਂ ਜਾਣਾ, ਜਿੱਥੇ ਕਿਸੇ ਨੇ ਨਾਲ ਸਹਾਈ ਨਹੀਂ ਹੋਣਾ, ਉੱਥੇ ਵੀ ਇਹ ਨਾਮ ਤੇਰੇ ਸੰਗ ਜਾਂਦਾ। ਗੁਰੂ ਸਾਹਿਬ ਅੱਗੇ ਕਹਿੰਦੇ ਨੇ ਕਿ ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਇਹ ਮੇਰੇ ਮਨ, ਇਹੋ ਜਿਹਾ ਇਲਾਹੀ ਨਾਮ ਹਮੇਸ਼ਾ ਸਿਮਰ, ਇਸ ਨਾਮ ਦੇ ਨਾਲ ਜੁੜਿਆ ਰਹਿ। ਕਿਉਂ? ਇਸ ਨਾਮ ਨੂੰ ਜਪਦਿਆਂ ਪਰਮ ਗਤ, ਭਾਵ ਸਭ ਤੋਂ ਉੱਚੀ ਅਵਸਥਾ। ਅਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਪੋਸਟ ਦੇ ਉੱਤੇ, ਪੋਸਟ ਦੇ ਲਈ, ਸਟੇਟਸ ਦੇ ਲਈ ਲੜਦੇ ਹਾਂ ਕਿ ਮੇਰੀ ਇਹ ਪੋਸਟ ਹੈ, ਮੇਰੀ ਇਹ ਪੋਸਟ ਹੋਣੀ ਚਾਹੀਦੀ ਹੈ, ਮੇਰੀ ਇਹ ਵੱਡੀ ਪੋਸਟ, ਮੈਂ ਉਸ ਪੋਸਟ ਤੇ ਜਾਣਾ ਚਾਹੁੰਦਾ। ਪਰ ਸਭ ਤੋਂ ਉੱਪਰ ਜਿਹੜੀ ਪੋਸਟ ਹੈ ਉਹ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ, ਉਹ ਹੈ ਪਰਮ ਗਤ, ਸਭ ਤੋਂ ਉੱਚੀ ਅਵਸਥਾ। ਔਰ ਇਹ ਸਰੀਰ ਕਰਕੇ ਨਹੀਂ, ਇਹ ਕੱਪੜਿਆਂ ਕਰਕੇ ਨਹੀਂ, ਇਹ ਪੈਸੇ ਕਰਕੇ ਵੀ ਨਹੀਂ, ਇਹ ਕੇਵਲ ਨਾਮ ਦੀ ਵਡਿਆਈ ਦੇ ਨਾਲ ਇਹ ਪ੍ਰਾਪਤ ਹੋ ਸਕਦੀ ਹੈ। ਇਹ ਦੂਸਰੀ ਪੌੜੀ ਸੀ। ਆਓ ਗੁਰੂ ਸਾਹਿਬ ਅੱਗੇ ਤੀਸਰੀ ਪੌੜੀ ਦੇ ਵਿੱਚ ਕੀ ਸਮਝਾਉਂਦੇ ਨੇ, ਸਮਝਦੇ ਹਾਂ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ। ਕਿ ਜੀਵਨ ਦੇ ਵਿੱਚ ਲੱਖਾਂ ਕਰੋੜਾਂ ਸਾਥੀਆਂ ਦੇ, ਹਮਾਇਤੀਆਂ ਦੇ, ਭਰਾਵਾਂ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਜੀਵਨ ਦੇ ਵਿੱਚ ਜਿਸ ਹਾਲਤ ਚੋਂ, ਜਿਸ ਦੁਖੀ ਅਵਸਥਾ ਚੋਂ, ਜਿਸ ਪਰੇਸ਼ਾਨੀ ਚੋਂ ਬਾਹਰ ਨਹੀਂ ਆ ਸਕਦਾ, ਬਾਹਰ ਨਹੀਂ ਨਿਕਲ ਸਕਦਾ, ਪਰਮਾਤਮਾ ਦਾ ਇਹ ਇਲਾਹੀ ਨਾਮ ਉਸ ਨੂੰ ਪਾਰ ਲਗਾ ਦਿੰਦਾ ਹੈ। ਇਸ ਨਾਮ ਦੀ ਇਤਨੀ ਵੱਡੀ ਮਹਿਮਾ ਹੈ, ਇਹ ਨਾਮ ਦੀ ਇਤਨੀ ਵੱਡੀ ਬਖਸ਼ਿਸ਼ ਹੈ ਕਿ ਇਹ ਨਾਮ ਜਿਹੜਾ ਹੈ ਉਹ ਇਸ ਤਰ੍ਹਾਂ ਜੀਵ ਦੇ ਸਹਾਈ ਹੁੰਦਾ ਹੈ। ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਨੇ, ਅਨਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਕਹਿੰਦੇ ਨੇ ਅਨੇਕ, ਬਿਗਨ ਕਹਿੰਦੇ ਨੇ ਰੁਕਾਵਟ ਨੂੰ, ਹਰਡਲ ਨੂੰ। ਕਿ ਜੇਕਰ ਜੀਵਨ ਦੇ ਵਿੱਚ ਅਨੇਕਾਂ ਪਰੇਸ਼ਾਨੀਆਂ, ਦੁੱਖ, ਤਕਲੀਫਾਂ, ਰੁਕਾਵਟਾਂ ਆ ਜਾਣ, ਸਮੱਸਿਆਵਾਂ ਬਣ ਜਾਣ, ਤਾਂ ਕੇਵਲ ਤੇ ਕੇਵਲ ਪਰਮਾਤਮਾ ਦਾ ਇਲਾਹੀ ਨਾਮ ਹੀ ਇਹਨਾਂ ਸਮੱਸਿਆਵਾਂ ਤੋਂ ਤੇਰਾ ਛੁਟਕਾਰਾ ਕਰਾ ਸਕਦਾ ਹੈ। ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਤਰੀਕਾ ਨਹੀਂ। ਕਿਤਨੇ ਵੀ ਕੋਈ ਉਪਾਅ ਕਿਉਂ ਨਾ ਕਰ ਲਵੇ, ਉਹ ਸਾਰੇ ਵਿਅਰਥ ਜਾਂਦੇ ਨੇ। ਕੇਵਲ ਪਰਮਾਤਮਾ ਦਾ ਨਾਮ ਹੀ ਇਤਨਾ ਬਲਵਾਨ ਹੈ ਕਿ ਤਤਕਾਲ, ਉਸੇ ਵੇਲੇ ਹੱਥੋਂ ਹੱਥ ਤੇਰਾ ਇੰਨੀਆਂ ਸਮੱਸਿਆਵਾਂ ਤੋਂ, ਇੰਨੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਕਰਾ ਸਕਦਾ ਹੈ। ਇਹ ਨਾਮ ਦੀ ਇਤਨੀ ਬਰਕਤ ਹੈ। ਗੁਰੂ ਸਾਹਿਬ ਇਸ ਨਾਮ ਦੀ ਮਹਿਮਾ ਇਸ ਤਰ੍ਹਾਂ ਬਿਆਨ ਕਰਦੇ ਨੇ, ਅੱਗੇ ਫਰਮਾਉਂਦੇ ਨੇ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਜੋਨ ਕਹਿੰਦੇ ਨੇ ਜੋਨੀ ਨੂੰ, ਜਨਮ।
ਜਿੱਦਾਂ ਮਨੁੱਖ ਦਾ ਜਨਮ ਹੈ, ਕੁੱਤੇ ਦਾ ਜਨਮ ਹੈ, ਘੋੜੇ ਦਾ ਜਨਮ ਹੈ, ਇਹ ਜੋਨੀਆਂ ਨੇ ਸਾਰੀਆਂ। ਗੁਰਬਾਣੀ ਦੇ ਵਿੱਚ ਜਿਹੜੇ ਸਾਡੇ ਵਿਦਵਾਨ ਨੇ ਉਹ ਦੱਸਦੇ ਨੇ ਕਿ 84 ਲੱਖ ਜੋਨੀਆਂ ਦੀ ਜ਼ਿਕਰ ਆਇਆ। ਹੁਣ ਇਹਨਾਂ ਜੋਨੀਆਂ ਦੇ ਵਿੱਚ ਮਨੁੱਖ ਜਿਹੜਾ ਹੈ ਭਟਕਦਾ ਫਿਰਦਾ ਹੈ, ਉਹ ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ, ਜਨਮਦਾ ਹੈ। ਇਹਦੇ ਚੱਕਰ ਦੇ ਵਿੱਚ, ਇਸੇ ਗੇੜ ਦੇ ਵਿੱਚ, ਇਸੇ ਸਾਈਕਲ ਦੇ ਵਿੱਚ ਫਸਿਆ ਰਹਿੰਦਾ ਹੈ। ਉਸ ਦੀ ਖਲਾਸੀ ਪਾਓ, ਉਸ ਦਾ ਛੁਟਕਾਰਾ ਨਹੀਂ ਹੁੰਦਾ। ਪਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਸ ਜਨਮ ਮਰਨ ਦੇ ਚੱਕਰ ਤੋਂ, ਇਸ ਸਾਈਕਲ ਤੋਂ ਵੀ ਤੇਰਾ ਛੁਟਕਾਰਾ ਹੋ ਸਕਦਾ ਹੈ। ਇੱਕੋ ਇੱਕ ਤਰੀਕਾ ਹੈ, ਉਹ ਕੀ ਹੈ? ਨਾਮ ਜਪਤ ਪਾਵੈ ਵਿਸਰਾਮ। ਤੈਨੂੰ ਵਿਸਰਾਮ, ਤੇਰੇ ਮਨ ਨੂੰ, ਤੇਰੀ ਇਸ ਆਤਮਾ ਨੂੰ ਵਿਸਰਾਮ ਪਾਓ, ਟਿਕਾਣਾ, ਠਹਿਰਾਓ ਮਿਲ ਜਾਏਗਾ। ਕਦੋਂ? ਜਦੋਂ ਤੂੰ ਨਾਮ ਜਪੇਗਾ। ਇਹ ਨਾਮ ਜਿਹੜਾ ਹੈ ਇਹ ਇਤਨਾ ਬਲਵਾਨ ਹੈ, ਇਤਨਾ ਉੱਚਾ ਹੈ। ਗੁਰੂ ਸਾਹਿਬ ਨੇ ਬਾਰ-ਬਾਰ ਇਸ ਅਸ਼ਟਪਦੀ ਤੇ ਇਹਨਾਂ ਪਦਿਆਂ ਦੇ ਵਿੱਚ ਸਾਨੂੰ ਨਾਮ ਦੀ ਇਹ ਮਹਿਮਾ ਜਿਹੜੀ ਹੈ ਇਸ ਤਰ੍ਹਾਂ ਉਦਾਹਰਣ ਦੇ ਕੇ ਸਮਝਾਈ ਕਿ ਕਿਸ ਤਰ੍ਹਾਂ ਇਹ ਨਾਮ ਕੰਮ ਕਰਦਾ ਹੈ ਔਰ ਕਿੱਥੇ ਕਿੱਥੇ ਤੇਰੇ ਇਹ ਨਾਮ ਸਹਾਈ ਹੁੰਦਾ। ਜਿੱਥੇ ਕੋਈ ਸਹਾਈ ਨਹੀਂ ਹੁੰਦਾ ਉੱਥੇ ਨਾਮ ਤੇਰੇ ਨਾਲ ਹੈ। ਜਿੱਥੇ ਘੁੱਪ ਹਨੇਰਾ ਹੈ ਉੱਥੇ ਨਾਮ ਤੇਰੇ ਲਈ ਚਾਨਣ ਹੈ। ਜਿੱਥੇ ਬਹੁਤ ਗਰਮੀ ਹੈ ਉੱਥੇ ਇਹ ਨਾਮ ਤੇਰੇ ਮਨ ਨੂੰ ਠੰਡਕ ਸ਼ਾਂਤੀ ਦੇ ਸਕਦਾ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ, ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਕਿ ਮਨੁੱਖ ਦੇ ਅੰਦਰਲੀ ਜਿਹੜੀ ਹਉਮੈ ਹੈ ਨਾ, ਹਉ ਮੈਂ, ਉਹ ਇਤਨੀ ਖਤਰਨਾਕ ਹੈ। ਹਉਮੈ ਦੀ ਮੈਲ ਇਸ ਤਰ੍ਹਾਂ ਮਨੁੱਖ ਨੂੰ ਚੰਬੜੀ ਹੋਈ ਹੈ, ਮਨੁੱਖ ਕਦੇ ਵੀ ਉਸ ਨੂੰ ਧੋਣ ਦਾ ਯਤਨ ਨਹੀਂ ਕਰਦਾ। ਕਿਉਂ? ਕਿਉਂਕਿ ਉਹ ਇਹ ਅਹਿਸਾਸ ਹੀ ਨਹੀਂ ਕਰਦਾ ਕਿ ਉਸ ਦੇ ਅੰਦਰ ਇਹ ਹਉਮੈ ਦੀ ਮੈਲ ਹੈ। ਪਰ ਜਦੋਂ ਪਰਮਾਤਮਾ ਦਾ ਇਹ ਇਲਾਹੀ ਨਾਮ ਜੀਵ ਜਪਦਾ ਹੈ ਤੇ ਨਾਮ ਦੀ ਇਸ ਬਰਕਤ ਦੇ ਨਾਲ ਸਭ ਤੋਂ ਪਹਿਲਾਂ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਉਹਦੇ ਅੰਦਰ ਇਸ ਹੰਕਾਰ ਦੇ ਲਈ ਕੋਈ ਥਾਂ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਇਆ, ਹਉਮੈ ਨਾਵੇ ਨਾਲ ਵਿਰੋਧ ਹੈ। ਕਿ ਜਿੱਥੇ ਹਉਮੈ ਆ ਗਈ ਉੱਥੇ ਨਾਮ ਨਹੀਂ ਆ ਸਕਦਾ, ਤੇ ਇਸੇ ਤਰ੍ਹਾਂ ਜਿੱਥੇ ਨਾਮ ਆ ਗਿਆ ਉੱਥੇ ਹਉਮੈ ਨਹੀਂ ਟਿਕ ਸਕਦੀ। ਤੇ ਇਹ ਹਉਮੈ ਦੀ ਮੈਲ ਜਿਹੜੀ ਹੈ ਜੀਵ ਕਦੇ ਨਹੀਂ ਧੋਂਦਾ, ਪਰ ਪਰਮਾਤਮਾ ਦਾ ਇਹ ਇਲਾਹੀ ਨਾਮ ਇਸ ਹਉਮੈ ਦੀ ਮੈਲ ਨੂੰ ਵੀ ਕੱਟ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਨਾਮ ਦੇ ਵਿੱਚ ਇਤਨੀ ਤਾਕਤ ਹੈ, ਇਤਨੀ ਸਮਰੱਥਾ, ਇਤਨੀ ਸ਼ਕਤੀ ਹੈ। ਇਹ ਨਾਮ ਕਰੋੜਾਂ ਪਾਪ ਜੀਵ ਦੇ ਧੋ ਦਿੰਦਾ ਹੈ। ਕਿਸ ਤਰ੍ਹਾਂ? ਕਿਉਂਕਿ ਜੀਵ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੇਰੇ ਜੀਵਨ ਦਾ ਮਨੋਰਥ ਕੀ ਹੈ। ਨਾਮ ਜਪਣ ਦੇ ਨਾਲ ਉਸ ਨੂੰ ਚੰਗੇ ਮੰਦੇ ਦੀ ਸਮਝ ਆ ਜਾਂਦੀ ਹੈ, ਪਾਪ ਪੁੰਨ ਦੀ ਸੋਝੀ ਆ ਜਾਂਦੀ ਹੈ। ਤਾਂ ਫਿਰ ਉਹ ਪਾਪ ਵਾਲਾ ਰਸਤਾ ਛੱਡ ਕੇ ਪੁੰਨ ਵਾਲੇ ਰਸਤੇ ਤੇ ਤੁਰਦਾ ਹੈ ਤੇ ਪੁੰਨ ਕਮਾਉਂਦਾ ਹੈ। ਫਿਰ ਪਾਪਾਂ ਦਾ ਨਾਸ ਹੋ ਜਾਂਦਾ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਫਿਰ ਮਨ ਨੂੰ ਸੰਬੋਧਨ ਕਰ ਰਹੇ ਨੇ, ਕਿਉਂਕਿ ਜਿਹੜਾ ਨਾਮ ਜਪਣ ਦਾ ਜਿਹੜਾ ਸੰਬੰਧ ਹੈ ਇਹ ਮਨ ਨਾਲ ਹੈ। ਕਿਉਂਕਿ ਅਸੀਂ ਇੱਥੇ ਕਿਤੇ ਭੁਲੇਖਾ ਹੀ ਖਾਈ ਬੈਠੇ ਹਾਂ ਕਿ ਇਹ ਤਨ ਕਰਕੇ ਅਸੀਂ ਅਗਰ ਗੁਰਦੁਆਰੇ ਚਲੇ ਗਏ, ਤਨ ਕਰਕੇ ਅਸੀਂ ਅਗਰ ਸੇਵਾ ਕਰ ਲਈ ਤਾਂ ਅਸੀਂ ਨਾਮ ਜਪ ਲਿਆ। ਜੇ ਤਨ ਕਰਕੇ ਕੰਨਾਂ ਨਾਲ ਸੁਣ ਵੀ ਲਿਆ ਨਾ, ਤੇ ਜੇ ਅੱਖਾਂ ਨਾਲ ਤਨ ਕਰਕੇ ਬਾਣੀ ਨੂੰ ਦੇਖ ਵੀ ਲਿਆ, ਤਾਂ ਵੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਪੂਰਨ ਨਹੀਂ ਹੈ। ਇਹ ਪੂਰਨ ਤਾਂ ਹੁੰਦਾ ਜਦੋਂ ਮਨ ਕਰਕੇ ਇਸ ਬਾਣੀ ਨੂੰ, ਇਸ ਨਾਮ ਨੂੰ ਜਪਿਆ ਜਾਂਦਾ ਹੈ, ਜੀ ਦੇ ਵਿੱਚ, ਹਿਰਦੇ ਦੇ ਵਿੱਚ ਆਪਣੇ ਅੰਦਰ ਟਿਕਾਇਆ ਜਾਂਦਾ ਹੈ, ਫਿਰ ਜੀਵਨ ਦੇ ਵਿੱਚ ਇਸ ਨੂੰ ਅਮਲ ਦੇ ਵਿੱਚ ਲਿਆ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ, ਐਸਾ ਨਾਮ ਜਪੋ ਮਨ ਰੰਗ। ਮਨ ਦੇ ਰੰਗ ਦੇ ਵਿੱਚ ਆ ਕੇ, ਭਾਵ ਮਨ ਦੇ ਨਾਲ ਭਿੱਜ ਕੇ ਇਸ ਇਲਾਹੀ ਨਾਮ ਨੂੰ ਜਪਣਾ ਕਰੋ। ਇਹ ਉਹ ਇਲਾਹੀ ਨਾਮ ਬਰਕਤਾਂ ਵਾਲਾ ਹੈ। ਨਾਨਕ ਪਾਈਐ ਸਾਧ ਕੈ ਸੰਗ। ਤੇ ਇਹ ਨਾਮ ਕਿਸ ਤਰ੍ਹਾਂ? ਸਾਧ ਜਨਾਂ ਦੀ ਸੰਗਤ ਕਰਦੇ ਹਾਂ। ਹੁਣ ਕਿਤੇ ਭੁਲੇਖਾ ਖਾ ਕੇ ਸਾਧੂ ਉਹਨਾਂ ਲੋਕਾਂ ਨੂੰ ਨਾ ਸਾਧ ਸਮਝ ਲਈਏ ਜਿਹੜੇ ਖਾਸ ਕਲਰ ਦੇ ਕੱਪੜੇ ਜਾਂ ਖਾਸ ਥਾਵਾਂ ਦੇ ਉੱਤੇ ਬੈਠੇ ਹੋਏ ਨੇ, ਜਾਂ ਖਾਸ ਆਸਣ ਲਾ ਕੇ ਬੈਠੇ ਹੋਏ ਨੇ, ਜਾਂ ਖਾਸ ਗੱਲਾਂ ਕਰਦੇ ਨੇ। ਨਹੀਂ, ਇਹ ਨਾਮ ਉਹਨਾਂ ਗੁਰੂ ਸਾਹਿਬ ਨੇ ਸਾਧ ਉਹਨਾਂ ਨੂੰ ਕਿਹਾ ਹੈ ਜਿਨ੍ਹਾਂ ਨੇ ਨਾਮ ਦੇ ਨਾਲ ਆਪਣੇ ਜੀਵਨ ਨੂੰ ਸਾਧ ਲਿਆ। ਭਾਵ ਨਾਮ ਦੇ ਨਾਲ ਜੁੜ ਕੇ ਉਹਨਾਂ ਨੇ ਜੀਵਨ ਦੇ ਵਿੱਚ ਆਪਣੇ ਇਸ ਜੀਵਨ ਦੇ ਮਕਸਦ ਨੂੰ ਸਮਝ ਲਿਆ, ਉਸ ਪ੍ਰਭੂ ਪਰਮਾਤਮਾ ਦੇ ਨਾਲ ਅਸਲ ਪਿਆਰ ਪਾ ਲਿਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਨਾਮ ਹੀ ਸਭ ਕੁਝ ਹੈ।
ਦੂਸਰੀ ਅਸ਼ਟਪਦੀ ਦੇ ਚੌਥੇ ਪਦੇ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ, ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਇਹ ਜੀਵਨ ਤੇ ਜੀਵਨ ਦੇ ਇਸ ਲੰਮੇ ਰਸਤੇ ਦੇ ਵਿੱਚ, ਜਿਸ ਰਸਤੇ ਦੇ ਕੋਹ ਜਿਹੜੇ ਨੇ, ਕਿਲੋਮੀਟਰ ਜਿਹੜੇ ਨੇ, ਉਹ ਗਿਣੇ ਨਹੀਂ ਜਾ ਸਕਦੇ। ਭਾਵ ਇਹ ਕਿੰਨਾ ਕੁ ਲੰਮਾ ਹੈ ਕੋਈ ਨਹੀਂ ਦੱਸ ਸਕਦਾ। ਇਸ ਜੀਵਨ ਦੇ ਲੰਮੇ ਰਸਤੇ ਦੇ ਵਿੱਚ ਅਨੇਕਾਂ ਸਾਥੀ ਬਣਦੇ ਨੇ, ਅਨੇਕਾਂ ਸਾਥੀ ਚਲੇ ਜਾਂਦੇ ਨੇ, ਅਨੇਕਾਂ ਰਿਸ਼ਤੇ ਬਣਦੇ ਆ, ਅਨੇਕਾਂ ਰਿਸ਼ਤੇ ਬੰਦੇ ਦੀ ਮੌਤ ਦੇ ਨਾਲ ਖਤਮ ਹੋ ਜਾਂਦੇ ਨੇ। ਇਹ ਰਸਤਾ ਨਹੀਂ ਮੁੱਕਦਾ। ਤੇ ਇਹੋ ਜਿਹੇ ਹੋਰ ਕਈ ਤਰ੍ਹਾਂ ਦੇ ਸੰਬੰਧ ਜਾਂ ਕਈ ਤਰ੍ਹਾਂ ਦੇ ਹੋਰ ਜਿਹੜੇ ਮਨੋਰਥ ਲੈ ਕੇ ਜੀਵ ਸੰਸਾਰ ਦੇ ਵਿੱਚ ਵਿਚਰਦਾ ਹੈ, ਕਈ ਤਰ੍ਹਾਂ ਦੇ ਸਾਧਨਾਂ ਦੇ ਨਾਲ ਆਪਣੇ ਆਪ ਨੂੰ ਜੋੜਦਾ ਚਲਾ ਜਾਂਦਾ ਹੈ, ਕੋਈ ਵੀ ਕੰਮ ਨਹੀਂ ਹੁੰਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਦਾ ਇਹ ਨਾਮ ਜਿਹੜਾ ਹੈ ਨਾ, ਇਸ ਜੀਵਨ ਦੇ ਲੰਮੇ ਰਸਤੇ ਦੇ ਲਈ ਪੂੰਜੀ ਹੈ, ਖਰਚ ਹੈ, ਤੋਸਾ, ਰਾਸ, ਪੂੰਜੀ। ਜਦੋਂ ਅਸੀਂ ਕਿਸੇ ਸਫ਼ਰ ਤੇ ਜਾਣਾ ਹੁੰਦਾ ਹੈ, ਅਸੀਂ ਕਿਸੇ ਯਾਤਰਾ ਤੇ ਨਿਕਲਦੇ ਹਾਂ ਜਾਂ ਅਸੀਂ ਕਿਸੇ ਪ੍ਰੋਗਰਾਮ ਤੇ ਆਪਣੇ ਘਰੋਂ ਜਦੋਂ ਨਿਕਲਦੇ ਹਾਂ, ਅਸੀਂ ਉਸ ਡੈਸਟੀਨੇਸ਼ਨ ਦੇ ਹਿਸਾਬ ਦੇ ਨਾਲ ਜਿੱਥੇ ਅਸੀਂ ਪਹੁੰਚਣਾ ਹੁੰਦਾ ਹੈ, ਉਹਦੇ ਅਕੋਰਡਿੰਗ ਆਪਣਾ ਸਮਾਨ ਪੈਕ ਕਰਦੇ, ਆਪਣੀ ਤਿਆਰੀ ਕਰਦੇ ਹਾਂ ਕਿ ਸਾਨੂੰ ਇੱਕ ਹਫ਼ਤਾ ਲੱਗਣਾ ਹੈ, ਇੱਕ ਮਹੀਨਾ ਲੱਗਣਾ ਜਾਂ ਇੱਕ ਸਾਲ ਲੱਗਣਾ ਹੈ, ਅਸੀਂ ਕਿੰਨਾ ਚਿਰ ਉੱਥੇ ਰਹਿਣਾ ਹੈ। ਫਿਰ ਉਹਦੇ ਹਿਸਾਬ ਦੇ ਨਾਲ ਸਾਡੇ ਕੱਪੜੇ, ਉਹਦੇ ਹਿਸਾਬ ਦੇ ਨਾਲ ਫਿਰ ਸਾਡੇ ਕੋਲ ਜਿਹੜੀ ਮਾਇਆ ਧਨ ਦੌਲਤ ਹੈ, ਜਾਂ ਫਿਰ ਬਹੁਤੇ ਜਿਹੜੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਦਵਾਈਆਂ ਦੀ ਬੜੀ ਲੋੜ ਹੁੰਦੀ, ਉਹ ਦਵਾਈਆਂ ਵੀ ਉਸ ਹਿਸਾਬ ਦੇ ਨਾਲ ਰੱਖਦੇ ਨੇ। ਹੋਰ ਕਈ ਤਰ੍ਹਾਂ ਦੀਆਂ ਆਪਣੇ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਨੇ ਨਾਲ ਲੈ ਕੇ ਚੱਲਦੇ ਨੇ। ਇਹ ਹੁੰਦੀ ਹੈ ਪੂੰਜੀ, ਰਾਹ ਦੇ ਵਿੱਚ, ਰਸਤੇ ਦੇ ਵਿੱਚ ਕੰਮ ਆਉਣ ਵਾਲਾ ਤੋਸਾ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹੋਟਲ ਨਹੀਂ ਹੁੰਦੇ ਸਨ, ਢਾਬੇ ਨਹੀਂ ਹੁੰਦੇ ਸਨ, ਤਾਂ ਲੋਕ ਸੁੱਕਾ ਰਾਸ਼ਨ ਵੀ ਨਾਲ ਲੈ ਕੇ ਚੱਲਦੇ ਸਨ ਕਿ ਛੋਲੇ ਰੱਖ ਲਏ ਨਾਲ, ਕਿਤੇ ਕੁਛ ਨਾ ਮਿਲਿਆ ਕਿਤੇ ਤੇ ਛੋਲੇ ਚੱਬ ਲਾਂਗੇ, ਜਾਂ ਹੋਰ ਇਸ ਤਰ੍ਹਾਂ ਕਈ ਤਰ੍ਹਾਂ ਦੇ। ਪਰ ਅੱਜ ਹੋਰ ਤਰ੍ਹਾਂ ਦੇ ਸਾਧਨ ਨੇ, ਹੋਟਲ ਨੇ, ਥਾਂ ਥਾਂ ਤੇ ਰੈਸਟੋਰੈਂਟ ਬਣੇ ਹੋਏ ਆ। ਪਰ ਗੁਰੂ ਸਾਹਿਬ ਇੱਥੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਜੀਵਨ ਦੇ ਅੰਦਰ ਜਿੱਥੇ ਇਸ ਤਰ੍ਹਾਂ ਦੇ ਤੇਰੇ ਸਫ਼ਰ ਨੇ, ਪਰ ਜੀਵਨ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਤੇ ਇਸ ਲੰਮੇ ਸਫ਼ਰ ਦੇ ਵਿੱਚ ਤੇਰੇ ਅਗਰ ਕੋਈ ਸਹਾਈ ਹੋ ਸਕਦਾ ਹੈ, ਤੈਨੂੰ ਅਗਰ ਕੋਈ ਪੂੰਜੀ ਪਰਮਾਤਮਾ ਵੱਲੋਂ ਮਿਲੀ ਹੈ, ਤੇ ਉਹ ਪੂੰਜੀ ਹੈ, ਉਹ ਪੂੰਜੀ ਹੈ ਨਾਮ ਦੀ ਪੂੰਜੀ। ਤੇ ਇਸ ਨਾਮ ਦੀ ਪੂੰਜੀ ਨੂੰ ਤੇਰੇ ਇਸ ਲੰਮੇ ਰਸਤੇ ਦੇ ਜੀਵਨ ਦੇ ਵਿੱਚ ਤੂੰ ਵਰਤਣਾ ਹੈ। ਇਸ ਨੂੰ ਨਾਲ ਰੱਖੇਗਾ, ਇਸ ਪੂੰਜੀ ਨੂੰ ਨਾਲ ਰੱਖੇਗਾ, ਤਾਂ ਤੇਰਾ ਜੀਵਨ ਜਿਹੜਾ ਹੈ ਉਹ ਚੰਗਾ ਰਹੇਗਾ। ਇਹ ਤੇਰਾ ਜੀਵਨ ਦਾ ਰਸਤਾ ਜਿਹੜਾ ਪੈਂਡਾ ਜਿਹੜਾ ਹੈ, ਇਹ ਸੌਖਾ ਕੱਟ ਜਾਏਗਾ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ, ਜਹ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਪੈਂਡਾ, ਫਿਰ ਰਸਤੇ ਦੀ ਗੱਲ ਕੀਤੀ। ਹੁਣ ਇਹ ਰਸਤਾ ਜਿਹਦੇ ਵਿੱਚ ਹਨੇਰਾ ਬੜਾ ਹੋਵੇ, ਜਹ ਪੈਂਡੇ ਮਹਾ ਅੰਧ ਗੁਬਾਰਾ। ਮਹਾ ਕਹਿੰਦੇ ਨੇ ਬਹੁਤ ਜ਼ਿਆਦਾ, ਗੁਬਾਰ ਕਹਿੰਦੇ ਨੇ ਹਨੇਰੇ, ਜਿੱਥੇ ਕੁਝ ਦਿਸੇ ਨਾ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਰਸਤਾ, ਜਿਸ ਰਸਤੇ ਦੇ ਵਿੱਚ ਹਨੇਰਾ ਹੀ ਹਨੇਰਾ ਹੈ। ਹੁਣ ਇੱਥੇ ਸਮਝਣਾ ਇਹ ਹੈ ਕਿ ਅਸੀਂ ਸਾਇੰਸ ਦੇ ਨਾਲ ਖੋਜਾਂ ਕਰਕੇ ਰਾਤ ਨੂੰ ਵੀ ਇੰਨਾ ਚਾਨਣ ਕਰ ਲੈਂਦੇ ਆ ਕਿ ਦਿਨ ਲੱਗਦਾ ਹੈ। ਫਿਰ ਇਹ ਕਿਹੜੇ ਹਨੇਰੇ ਦੀ ਗੱਲ ਹੋ ਰਹੀ ਹੈ? ਅਸਲ ਦੇ ਵਿੱਚ ਇਹ ਹਨੇਰਾ ਕਿਹੜਾ ਹੈ? ਇਹ ਵਿਕਾਰਾਂ ਦਾ, ਵਿਸ਼ੇ ਵਿਕਾਰਾਂ ਦਾ, ਇਹ ਪਾਪਾਂ ਦਾ ਹਨੇਰਾ ਹੈ, ਇਹ ਮਾੜੇ ਕਰਮਾਂ ਦਾ ਹਨੇਰਾ ਹੈ। ਇਹਦਾ ਚੰਦਰਮਾ ਦੇ ਨਾਲ, ਸੂਰਜ ਦੇ ਨਾਲ ਜਾਂ ਇਹਨਾਂ ਜਗਦੀਆਂ ਹੋਈਆਂ ਲਾਈਟਾਂ ਦੇ ਨਾਲ ਸੰਬੰਧ ਨਹੀਂ ਹੈ। ਇਹ ਅੰਦਰਲਾ ਹਨੇਰਾ ਹੈ। ਤੇ ਇਸ ਹਨੇਰੇ ਦੇ ਵਿੱਚ ਬੰਦਾ ਜੀਵਨ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕਰਦਾ। ਦੂਸਰੇ ਦਾ ਬੁਰਾ ਕਰਨ ਦੇ ਵਾਸਤੇ, ਦੂਸਰੇ ਦਾ ਨੁਕਸਾਨ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜੀਵਨ ਦੇ ਇਸ ਅਜਿਹੇ ਭਿਆਨਕ ਹਨੇਰੇ ਦੇ ਵਿੱਚ ਵੀ ਅਗਰ ਤੇਰੇ ਲਈ ਕੋਈ ਚਾਨਣ ਹੈ, ਕਿ ਤੈਨੂੰ ਕੋਈ ਰੋਸ਼ਨੀ ਦੇ ਸਕਦਾ ਹੈ, ਤਾਂ ਉਹ ਹੈ ਪ੍ਰਮਾਤਮਾ ਦਾ ਨਾਮ। ਜਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਇਹ ਤੇਰੇ ਅੰਦਰ ਚਾਨਣ ਪੈਦਾ ਕਰਦਾ ਹੈ। ਗੁਰਬਾਣੀ ਦੀ ਇੱਕ ਪੰਕਤੀ ਦੇ ਨਾਲ ਇਸ ਨੂੰ ਸਮਝਦੇ ਹਾਂ। ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜੇ ਸੋ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਗੁਰੂ ਦੇ ਬਿਨਾ, ਭਾਵ ਇਸ ਸ਼ਬਦ ਦੇ ਬਿਨਾ, ਇਸ ਨਾਮ ਦੇ ਬਿਨਾ, ਇਸ ਗਿਆਨ ਦੇ ਬਿਨਾ ਜੀਵਨ ਦੇ ਵਿੱਚ ਹਨੇਰਾ ਹੀ ਹਨੇਰਾ ਹੈ। ਜੇਕਰ 100 ਚੁੰਦਾ, ਹਜ਼ਾਰਾਂ ਚੰਦਰਮਾ,
ਸੂਰਜ ਜਿਹੜੇ ਨੇ ਉਹ ਅਸਮਾਨ ਦੇ ਵਿੱਚ ਰੋਸ਼ਨੀ ਖਿਲਾਰਦੇ ਨੇ ਤਾਂ ਵੀ ਹਨੇਰਾ ਹੀ ਹਨੇਰਾ ਰਹੇਗਾ ਜੇ ਪਰਮਾਤਮਾ ਦਾ ਇਹ ਨਾਮ ਤੇਰੇ ਨਾਲ ਨਹੀਂ, ਕਿਉਂਕਿ ਇਹ ਅਸਲ ਚਾਨਣ ਹੈ। ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਨੇ, ਜਹਾਂ ਪੰਥ ਤੇਰਾ ਕੋ ਨ ਸਿੰਝਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਕਿ ਜਿੱਥੇ ਤੈਨੂੰ ਇਹ ਤੇਰੇ ਜੀਵਨ ਦਾ ਜਿਹੜਾ ਪੰਧ ਹੈ, ਜਿਹੜਾ ਰਸਤਾ ਹੈ, ਇਹ ਜਿੱਥੇ ਤੇਰਾ ਕੋਈ ਸਾਥੀ ਨਹੀਂ, ਕੋਈ ਮਹਿਰਮ ਨਹੀਂ, ਤੈਨੂੰ ਕੋਈ ਸਮਝਣ ਵਾਲਾ ਨਹੀਂ। ਸਿੰਝਾਨੂ ਮਤਲਬ ਤੈਨੂੰ ਕੋਈ ਨਹੀਂ ਪਛਾਣ ਰਿਹਾ, ਤੇਰਾ ਕੋਈ ਸਾਥੀ ਨਹੀਂ। ਤੇਰੇ ਉਸ ਰਸਤੇ ਦੇ ਵਿੱਚ, ਤੇਰੇ ਉਸ ਪੈਂਡੇ ਦੇ ਵਿੱਚ ਵੀ ਪਰਮਾਤਮਾ ਦਾ ਇਹ ਨਾਮ ਤੇਰਾ ਜਿਹੜਾ ਹੈ ਇਹ ਤੈਨੂੰ ਪਛਾਣ ਦਿੰਦਾ ਹੈ। ਇਹ ਤੇਰਾ ਸੱਚਾ ਸਾਥੀ ਬਣਦਾ ਹੈ, ਇਹ ਤੇਰੇ ਨਾਲ ਰਹਿੰਦਾ ਹੈ, ਕਿਉਂਕਿ ਇਹ ਨਾਮ ਇਤਨਾ ਬਲਵਾਨ ਹੈ। ਇਹ ਸ਼ਬਦ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਸ਼ਬਦ ਨਾ ਤਾਂ ਸੜਦਾ ਹੈ, ਨਾ ਪਾਣੀ 'ਚ ਡੁੱਬਦਾ ਹੈ, ਨਾ ਇਸ ਤੋਂ ਕੋਈ ਚੋਰੀ ਕਰ ਸਕਦਾ, ਨਾ ਇਸ ਨੂੰ ਖਤਮ ਕੀਤਾ ਜਾ ਸਕਦਾ। ਇਹ ਉਹ ਨਾਮ ਹੈ। ਸਭ ਕੁਝ ਜਦੋਂ ਮੁੱਕ ਜਾਏਗਾ ਤਾਂ ਵੀ ਇਹ ਨਾਮ ਨਹੀਂ ਮੁੱਕਣਾ। ਜਦੋਂ ਕੁਝ ਨਹੀਂ ਸੀ ਤਾਂ ਵੀ ਇਹ ਨਾਮ ਸੀ। ਕਿ ਇਸ ਨਾਮ ਤੋਂ ਹੀ, ਇੱਕ ਓੰਕਾਰ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਬਣੀ ਹੈ, ਔਰ ਇਹੀ ਸਭ ਕੁਝ ਕਰਨ ਵਾਲਾ ਹੈ। ਇਸ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ। ਇਸ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਪੈਦਾ ਹੋਈ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਉਹ ਇਲਾਹੀ ਨਾਮ ਉੱਥੇ ਵੀ ਤੇਰੇ ਨਾਲ ਰਹੇਗਾ ਜਿੱਥੇ ਕੋਈ ਵੀ ਤੇਰਾ ਮਹਿਰਮ, ਤੇਰਾ ਸਾਥੀ ਨਹੀਂ। ਕਿਉਂਕਿ ਇਹ ਜਿਹੜਾ ਸਾਥ ਹੈ, ਸੰਬੰਧ ਹੈ, ਰਿਸ਼ਤੇਦਾਰੀ ਹੈ, ਦੋਸਤੀ ਹੈ, ਇਹ ਸਭ ਤਾਂ ਹੈ ਜਦ ਤੱਕ ਇਹ ਸਰੀਰ ਹੈ, ਇਹ ਸਾਹ ਚੱਲਦੇ ਨੇ। ਜਦੋਂ ਇਹ ਸਰੀਰ ਨਾਸ਼ ਹੁੰਦਾ ਹੈ, ਇਹ ਸਾਹ ਰੁਕ ਜਾਂਦੇ ਨੇ, ਫਿਰ ਕੌਣ ਸਾਥੀ? ਸਰੀਰ ਨੂੰ ਤਾਂ ਅਗਨ ਭੇਟ ਕਰ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ। ਫਿਰ ਉਸ ਵੇਲੇ ਕਿਹੜੀ ਚੀਜ਼ ਨਾਲ ਜਾਂਦੀ ਹੈ? ਫਿਰ ਉਸ ਵੇਲੇ ਇਹ ਨਾਮ ਜਿਹੜਾ ਹੈ ਇਹ ਪਰਮਾਤਮਾ ਦਾ ਉੱਥੇ ਵੀ ਸਹਾਈ ਹੁੰਦਾ ਹੈ। ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਨੇ, ਜਹ ਮਹਾ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਊਪਰ ਛਾਮ। ਮਹਾ ਭਿਆਨ, ਭਿਆਨਕ, ਮਹਾ ਬਹੁਤ ਜ਼ਿਆਦਾ ਭਿਆਨਕ, ਤਪਤ ਬਹੁ ਕਾਮ, ਬਹੁਤ ਜ਼ਿਆਦਾ ਤਪਤ, ਤਪਸ਼ ਹੋਵੇ, ਬਹੁਤ ਜ਼ਿਆਦਾ ਗਰਮੀ ਹੋਵੇ। ਹੁਣ ਕਈ ਵਾਰੀ ਮਈ ਜੂਨ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ, ਲੂ ਵਗਦੀ, ਹਵਾ ਵੀ ਜਿਹੜੀ ਇਦਾਂ ਚੱਲਦੀ ਜਿੱਦਾਂ ਅੱਗ ਵਰਦੀ ਹੋਵੇ। ਪਰ ਇੱਥੇ ਗੁਰੂ ਸਾਹਿਬ ਕਿਹੜੀ ਗਰਮੀ ਦੀ ਗੱਲ ਕਰ ਰਹੇ? ਇੱਥੇ ਕਿਹੜੀ ਅਗਨ ਦੀ? ਇੱਥੇ ਕ੍ਰੋਧ ਦੀ ਅਗਨ, ਇੱਥੇ ਵਿਸ਼ੇ ਵਿਕਾਰਾਂ ਦੀ ਅਗਨ, ਇੱਥੇ ਕਾਮ ਦੀ ਅਗਨ। ਇਹ ਉਹ ਅਗਨ ਹੈ ਜਿਹੜੀ ਜੀਵ ਨੂੰ ਸਾੜ ਦਿੰਦੀ ਔਰ ਜੀਵ ਨੂੰ ਪਤਾ ਵੀ ਨਹੀਂ ਲੱਗਦਾ। ਸਾਹਮਣੇ ਵਾਲੇ ਨੂੰ ਤਾਂ ਪਤਾ ਲੱਗ ਰਿਹਾ ਹੁੰਦਾ, ਪਰ ਜਿਹੜਾ ਸੜ ਰਿਹਾ ਹੁੰਦਾ, ਇਸ ਅਗਨ ਦੇ ਵਿੱਚ ਤਪ ਰਿਹਾ ਹੁੰਦਾ, ਉਸ ਨੂੰ ਪਤਾ ਨਹੀਂ ਲੱਗਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਉਹ ਅਗਨ ਵਿਸ਼ੇ ਵਿਕਾਰਾਂ ਦੀ, ਜਿੱਥੇ ਬਹੁਤ ਜ਼ਿਆਦਾ ਭਿਆਨਕ ਗਰਮੀ ਇਹਨਾਂ ਵਿਸ਼ੇ ਵਿਕਾਰਾਂ ਦੀ ਹੋ ਜਾਂਦੀ ਹੈ, ਪਰਮਾਤਮਾ ਦਾ ਨਾਮ ਉੱਥੇ ਸ਼ੀਤਲ ਠੰਡਾ ਬਣ ਕੇ ਤੇਰੇ ਇਸ ਤਪਸ਼ ਨੂੰ, ਇਸ ਗਰਮੀ ਨੂੰ ਖਤਮ ਕਰ ਦਿੰਦਾ ਹੈ। ਦੇਖੋ, ਅਸੀਂ ਆਪਣੇ ਸਰੀਰ ਨੂੰ ਤਪਸ਼ ਤੋਂ, ਗਰਮੀ ਤੋਂ ਬਚਾਉਣ ਲਈ ਬੜੇ ਸਾਧਨ, ਬੜੇ ਉਪਰਾਲੇ ਕੀਤੇ ਨੇ। ਅਸੀਂ ਕੂਲਰ, ਪੱਖਾ, ਏਸੀ, ਬਾਹਰੋਂ ਤਾਂ ਬੜੇ ਠੰਡੇ ਹੋ ਜਾਂਦੇ ਆ, ਪਰ ਜੇਕਰ ਅੰਦਰਲੀ ਇਸ ਤਪਸ਼ ਦੀ ਗੱਲ ਕਰੀਏ ਤਾਂ ਇਹ ਇੰਨੀ ਖਤਰਨਾਕ ਅੰਦਰ ਤਪਸ਼, ਅੱਗ ਬਲਦੀ ਪਈ ਹੈ। 1 ਮਿੰਟ ਦੇ ਵਿੱਚ ਬੰਦਾ ਇਸ ਅੱਗ ਦੇ ਭਾਂਬੜ ਦੇ ਵਿੱਚ ਬਲਦਾ ਹੋਇਆ ਕਿਸੇ ਦਾ ਖੂਨ ਵੀ ਕਰ ਦਿੰਦਾ। ਇਤਨੀ ਤਪਸ਼ ਹੈ ਅੰਦਰ। ਤੇ ਇਹ ਤਪਸ਼ ਕਦੋਂ ਜਾ ਸਕਦੀ ਹੈ? ਇਹ ਅੱਗ ਠੰਡੀ ਕਦੋਂ ਹੋ ਸਕਦੀ ਹੈ ਅੰਦਰਲੀ ਵਿਸ਼ੇ ਵਿਕਾਰਾਂ ਦੀ? ਜਦੋਂ ਪਰਮਾਤਮਾ ਦਾ ਸ਼ੀਤਲ ਨਾਮ ਤੇਰੇ ਅੰਦਰ ਚੱਲਦਾ ਹੋਵੇਗਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੋਨ ਸ਼ਬਦ ਵਿਚਾਰ ਹੈ। ਇਹ ਪ੍ਰਮਾਤਮਾ ਦੇ ਨਾਮ ਦੇ ਝਿਮ ਝਿਮ ਜਿਹੜੀ ਅੰਮ੍ਰਿਤ ਧਾਰਾ ਹੈ ਨਾ, ਇਹ ਤੇਰੇ ਅੰਦਰ ਠੰਡਕ ਪਹੁੰਚਾ ਸਕਦੀ ਹੈ। ਇੱਕ ਛੋਟੀ ਜੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੀ ਗੱਲ ਹੈ। ਉਹਨਾਂ ਦਾ ਇੱਕ ਬੜਾ ਪਿਆਰਾ ਸੇਵਕ ਸੀ, ਭਾਈ ਸੁਥਰਾ ਸ਼ਾਹ ਕਰਕੇ ਇਤਿਹਾਸਕਾਰਾਂ ਨੇ, ਸਾਖੀਕਾਰਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਜਿਸ ਵੇਲੇ ਭਾਈ ਸੁਥਰੇ ਦਾ ਜਨਮ ਹੋਇਆ, ਛੋਟਾ ਜਿਹਾ ਬਾਲਕ ਸੀ, ਤਾਂ ਜਨਮ ਵੇਲੇ ਉਹਦੇ ਦੰਦ ਸਨ। ਤੇ ਇਹ ਮੰਨਿਆ ਗਿਆ ਕਿ ਜਿਸ ਬੱਚੇ ਦੇ ਜਨਮ ਵੇਲੇ ਦੰਦ ਹੁੰਦੇ ਨੇ ਉਹ ਬੱਚਾ ਚੰਗਾ ਨਹੀਂ ਹੁੰਦਾ। ਘਰਦਿਆਂ ਨੇ ਕਿਹਾ ਪੁੱਤਰ ਹੈ, ਸੁੱਟ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਜਾ ਰਹੇ ਸਨ, ਤਾਂ ਉਹਨਾਂ ਦੀ ਨਜ਼ਰ ਪਈ, ਬਾਲਕ ਦੇ ਰੋਣ ਦੀ ਆਵਾਜ਼ ਉਹਨਾਂ ਦੇ ਕੰਨੇ ਪਈ, ਤਾਂ ਉਹ ਰੁਕੇ। ਉਹਨਾਂ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ ਕਿ ਇਹ ਬਾਲਕ ਨੂੰ ਚੁੱਕ ਲਿਆ। ਤਾਂ ਸਿੱਖ ਆ ਕੇ ਕਹਿਣ ਲੱਗੇ, ਗੁਰੂ ਸਾਹਿਬ ਇਹ ਤੇ ਕੁੱਥਰਾ ਹੈ, ਇੱਕ ਰੂਪ ਹੈ,
ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ, ਨਹੀਂ, ਹੈ ਭਾਈ ਸੁਥਰਾ ਹੈ। ਕਿ ਭਾਈ ਸੁਥਰੇ ਦੇ ਜੀਵਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਇਤਨੀ ਬਖਸ਼ਿਸ਼, ਇਤਨੀ ਨਾਮ ਦੀ ਕਮਾਈ ਸੀ ਉਹਨਾਂ ਦੇ ਜੀਵਨ ਦੇ ਵਿੱਚ, ਕਿ ਉਹਨਾਂ ਨੇ ਗੁਰੂ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ, ਸਿਧਾਂਤਾਂ ਨੂੰ ਵੱਖਰੇ ਤੇ ਨਵੇਕਲੇ ਢੰਗ ਦੇ ਨਾਲ ਪੇਸ਼ ਕੀਤਾ। ਉਹਨਾਂ ਦੀ ਹਰ ਇੱਕ ਸਾਖੀ ਦੇ ਵਿੱਚ ਇੱਕ ਅਜਿਹਾ ਮਜ਼ਾਕ ਵੀ ਛੁਪਿਆ ਹੁੰਦਾ, ਪਰ ਇੱਕ ਵੱਡਾ ਸੁਨੇਹਾ ਉਸ ਮਜ਼ਾਕ ਦੇ ਵਿੱਚ ਹੁੰਦਾ ਹੈ। ਇੱਥੇ ਵੀ ਮੈਂ ਜਿਹੜੀ ਤੁਹਾਡੇ ਨਾਲ ਸਾਖੀ ਸਾਂਝੀ ਕਰ ਰਿਹਾ, ਇਹ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਦਰਬਾਰ ਦੇ ਵਿੱਚ ਬੈਠੇ ਨੇ। ਭਾਈ ਸੁਥਰਾ ਗੁਰੂ ਸਾਹਿਬ ਦੇ ਪਿੱਛੇ ਖੜਾ ਗੁਰੂ ਸਾਹਿਬ ਨੂੰ ਚੌਰ ਕਰ ਰਿਹਾ ਹੈ। ਗੁਰੂ ਸਾਹਿਬ ਦਾ ਜਿਹੜਾ ਮੁੱਖ ਹੈ ਸੰਗਤ ਵੱਲ ਹੈ, ਤੇ ਦਰਬਾਰ ਦੇ ਵਿੱਚ ਆ ਕੇ ਨਾ ਇੱਕ ਸਾਧੂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦਾ। ਉਹਨੇ ਸਾਧੂ ਨੇ ਆਪਣੇ ਸਰੀਰ ਦੇ ਉੱਤੇ ਸਵਾਹ ਮੱਲੀ ਹੋਈ ਹੈ। ਉਹ ਆ ਕੇ ਗੁਰੂ ਸਾਹਿਬ ਦੇ ਸਾਹਮਣੇ ਬੈਠ ਜਾਂਦਾ ਹੈ। ਭਾਈ ਸੁਥਰਾ ਜਦੋਂ ਦੇਖਦਾ ਹੈ ਉਸ ਸਾਧੂ ਨੂੰ ਕਿ ਉਹਨੇ ਆਪਣੇ ਸਰੀਰ ਤੇ ਸਵਾਹ ਮੱਲੀ ਹੋਈ ਹੈ, ਤਾਂ ਭਾਈ ਸੁਥਰਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੇ ਉਹਨਾਂ ਸਿਧਾਂਤਾਂ ਤੇ ਪਹਿਰਾ ਦਿੰਦਾ ਹੋਇਆ ਉਸ ਸਾਧੂ ਨੂੰ ਨਾ ਗੁਰੂ ਸਾਹਿਬ ਦੇ ਪਿੱਛੋਂ ਮਜ਼ਾਕ ਦੇ ਨਾਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੰਦਾ। ਉਹ ਸਾਧੂ ਦੇਖਦਾ ਕਿ ਇਹ ਮੈਨੂੰ ਛੇੜ ਰਿਹਾ ਹੈ, ਇਹ ਮੈਨੂੰ ਜਿਹੜਾ ਇਸ਼ਾਰੇ ਕਰ ਰਿਹਾ, ਤੰਗ ਕਰ ਰਿਹਾ। ਇੱਕ ਵਾਰ, ਦੋ ਵਾਰ, ਤਿੰਨ ਵਾਰ ਆ ਕੇ ਉਹ ਸਾਧੂ ਕ੍ਰੋਧਿਤ ਹੋ ਕੇ ਨਾ ਗੁਰੂ ਸਾਹਿਬ ਨੂੰ ਕਹਿੰਦਾ, ਕਿੱਦਾਂ ਦੇ ਤੁਹਾਡੇ ਸਿੱਖ ਨੇ, ਇਹਨਾਂ ਨੂੰ ਬਿਲਕੁਲ ਸਮਝ ਨਹੀਂ, ਅਕਲ ਨਹੀਂ। ਇਹ ਦੇਖੋ ਮੈਨੂੰ ਤੰਗ ਕਰ ਰਿਹਾ ਬੜੀ ਦੇਰ ਤੋਂ, ਮੈਨੂੰ ਤੁਹਾਡੇ ਦਰਸ਼ਨ ਦੀਦਾਰ ਨਹੀਂ ਕਰਨ ਦੇ ਰਿਹਾ, ਮੈਨੂੰ ਸੰਗਤ ਨਹੀਂ ਕਰਨ ਦੇ ਰਿਹਾ। ਗੁਰੂ ਸਾਹਿਬ ਨੇ ਕਿਹਾ, ਭਾਈ ਸੁਥਰਾ ਕੀ ਗੱਲ? ਭਾਈ ਸੁਥਰਾ ਕੋ ਕਹਿਣ ਲੱਗਾ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਮੈਂ ਤਾਂ ਇਹ ਦੇਖ ਰਿਹਾ ਸੀ ਕਿ ਇਹਨਾਂ ਨੇ ਜਿਹੜੀ ਸਵਾਹ ਮਲੀ ਹੋਈ ਹੈ, ਇਸ ਸਵਾਹ ਦੇ ਅੰਦਰ ਕੋਈ ਚਿੰਗਾਰੀ ਤੇ ਨਹੀਂ। ਗੁਰੂ ਸਾਹਿਬ ਕਹਿਣ ਲੱਗੇ, ਕੀ ਦੇਖਿਆ? ਕਹਿੰਦੇ ਇਹਦੇ ਅੰਦਰ ਭਾਂਬੜ ਵਲੇ ਪਏ ਆ। ਹੁਣ ਇੱਥੇ ਸਵਾਹ ਉਹਨੇ ਇਸ ਕਰਕੇ ਲਾਈ ਕਿ ਸਰੀਰ ਮੇਰਾ ਠੰਡਾ ਹੈ, ਬਾਹਰੋਂ ਦੱਸਣਾ ਚਾਹ ਰਿਹਾ ਸਵਾਹ ਲਾ ਕੇ ਉਹ ਸਾਧੂ, ਉਹ ਜੋਗੀ, ਕਿ ਮੈਂ ਬੜਾ ਠੰਡਾ ਵਾਂ, ਕਿਉਂਕਿ ਸਵਾਹ ਜਿਹੜੀ ਹੈ ਠੰਡੀ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਇਹੋ ਜਿਹੇ ਕਰਮ ਕਾਂਡਾਂ ਤੋਂ ਰੋਕਿਆ, ਵਰਜਿਆ। ਸਾਨੂੰ ਜੇ ਠੰਡਕ ਦੇ ਸਕਦਾ ਹੈ ਕੋਈ ਅਸਲ ਦੇ ਵਿੱਚ, ਤਾਂ ਉਹ ਹੈ ਪਰਮਾਤਮਾ ਦਾ ਇਲਾਹੀ ਨਾਮ। ਇਹ ਨਾਮ ਦੀ ਇੰਨੀ ਬਰਕਤ ਹੈ, ਇਹ ਤੇਰੇ ਉੱਤੇ ਪਰਮਾਤਮਾ ਨੇ ਇਸ ਨਾਮ ਦੀ ਇਹ ਠੰਡੀ ਛਾਂ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ, ਜਹਾਂ ਤ੍ਰਿਖਾ ਮਨ ਤੁਝ ਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ। ਤ੍ਰਿਖਾ ਕਹਿੰਦੇ ਨੇ ਤ੍ਰੇ ਨੂੰ, ਪਿਆਸ ਨੂੰ। ਜੀਵ ਆਪਣੇ ਜੀਵਨ ਦੇ ਵਿੱਚ ਆਪਣੀ ਪਿਆਸ ਨੂੰ ਬੁਝਾਉਣ ਦੇ ਲਈ ਕਈ ਉਪਰਾਲੇ ਕਰਦਾ ਹੈ। ਪਿਆਸ ਬੁਝਾਉਣ ਲਈ ਪਾਣੀ ਹੈ, ਨਿੰਬੂ ਪਾਣੀ ਹੈ, ਜੂਸ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਬੜੇ ਰਸਾਂ ਦੇ ਵਿੱਚ ਰਹਿੰਦਾ ਹੋਇਆ ਜੀਵ ਇਹੋ ਜਿਹੇ ਰਸਾਂ ਨੂੰ ਛਕਦਾ ਹੋਇਆ ਆਪਣੇ ਮਨ ਦੀ ਪਿਆਸ ਨੂੰ, ਤ੍ਰੇ ਨੂੰ ਬੁਝਾ ਲੈਂਦਾ। ਪਰ ਜਿਹੜੀ ਮਾਇਆ ਦੀ ਤ੍ਰੇ ਹੈ ਨਾ, ਮਾਇਆ ਦੀ ਪਿਆਸ ਹੈ, ਉਹ ਨਹੀਂ ਬੁਝਦੀ। ਉਹ ਤਾਂ ਜਿਸ ਤਰ੍ਹਾਂ ਮਾਇਆ ਉਹਦੇ ਕੋਲ ਆਂਦੀ, ਉਹ ਤ੍ਰੇ ਉਹਦੀ ਮਾਇਆ ਦੀ ਹੋਰ ਵਧੀ ਜਾਂਦੀ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਮਾਇਆ ਦੀ ਤ੍ਰੇ, ਉਹ ਮਾਇਆ ਦੀ ਪਿਆਸ ਜਿਹਦੇ ਤੋਂ ਜੀਵ ਕਦੇ ਵੀ ਰੱਜਦਾ ਨਹੀਂ, ਜਿਹੜੀ ਕਦੇ ਬੁਝਦੀ ਨਹੀਂ, ਪਰਮਾਤਮਾ ਦੇ ਇਲਾਹੀ ਨਾਮ ਦੇ ਵਿੱਚ ਇਤਨੀ ਤਾਕਤ ਹੈ। ਜਦੋਂ ਇਹ ਨਾਮ ਜੀਵ ਜਪਣਾ ਸ਼ੁਰੂ ਕਰਦਾ ਹੈ ਤੇ ਇਸ ਨਾਮ ਦੇ ਰਸ ਦੇ ਨਾਲ ਇਹ ਮਾਇਆ ਦੀ ਜਿਹੜੀ ਪਿਆਸ ਹੈ ਨਾ, ਇਹ ਵੀ ਬੁਝ ਜਾਂਦੀ ਹੈ। ਇਤਨੀਆਂ ਬਰਕਤਾਂ ਵਾਲਾ ਹੈ ਇਹ ਨਾਮ। ਗੁਰੂ ਸਾਹਿਬ ਕਹਿ ਰਹੇ ਨੇ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੇ। ਗੁਰੂ ਅਮਰਦਾਸ ਮਹਾਰਾਜ ਨੇ ਵੀ ਆਪਣੀ ਬਾਣੀ ਆਨੰਦ ਸਾਹਿਬ ਦੇ ਵਿੱਚ ਇਹ ਫਰਮਾਨ ਕੀਤਾ ਹੈ ਕਿ हे ਮਨ, ਤੂੰ ਅਨਰਸ ਜੀਵਾ ਦੇ ਲਈ, ਜੀਵ ਲਈ ਗੁਰੂ ਸਾਹਿਬ ਕਹਿੰਦੇ ਨੇ, ਇਹ ਜੀਵ ਦੇ ਲਈ ਇਹ ਸ਼ਬਦ ਵਰਤਿਆ ਕਿ ਤੂੰ ਅਨਰਸ ਰਚ ਰਹੇ, ਕਿ ਹੋਰ ਰਸਾਂ ਦੇ ਵਿੱਚ ਰਚੀ ਹੋਈ ਹੈ, ਤੇਰੀ ਪਿਆਸ ਨਾ ਜਾਏ, ਤੇਰੀ ਤੇਰ ਜਿਹੜੀ ਹੈ ਨਹੀਂ ਮੁੱਕ ਸਕਦੀ। ਹਾਂ, ਜੇ ਨਾਮ ਦੀ ਰਸ ਨੂੰ ਆਪਣੀ ਰਸਨਾ ਦੇ ਨਾਲ ਇਹ ਜੀਵ ਜਿਹੜਾ ਹੈ ਉਹ ਮਾਣਨਾ ਸ਼ੁਰੂ ਕਰੇ, ਤਾਂ ਫਿਰ ਇਹਦੀਆਂ ਸਾਰੀਆਂ ਪਿਆਸਾਂ, ਤ੍ਰੇਹਾਂ ਜਿਹੜੀਆਂ ਨੇ, ਹਰ ਪ੍ਰਕਾਰ ਦੀ ਪਿਆਸ ਜਿਹੜੀ ਹੈ ਇਹਦੀ ਮਿਟ ਜਾਂਦੀ ਹੈ। ਗੁਰੂ ਸਾਹਿਬ ਨੇ ਇਸ ਤਰ੍ਹਾਂ ਇਸ ਦੂਸਰੀ ਅਸ਼ਟਪਦੀ ਦੇ ਇਹਨਾਂ 4 ਪਦਿਆਂ ਦੇ ਵਿੱਚ ਸਾਨੂੰ ਨਾਮ ਦੀ ਮਹਿਮਾ ਜਿਹੜੀ ਹੈ ਉਹ ਦ੍ਰਿੜ ਕਰਾਈ ਹੈ ਕਿ ਨਾਮ ਕਿੱਡਾ ਉੱਚਾ ਹੈ, ਨਾਮ ਦੇ ਵਰਗਾ ਕੋਈ ਨਹੀਂ। ਔਰ ਇਹ ਕਿੱਥੇ ਕਿੱਥੇ ਜੀਵ ਦੇ ਸਹਾਈ ਹੁੰਦਾ ਹੈ, ਜਿੱਥੇ ਕੋਈ ਸਹਾਰਾ ਨਹੀਂ, ਆਸਰਾ ਨਹੀਂ, ਉੱਥੇ ਇਹ ਨਾਮ ਜਿਹੜਾ ਜੀਵ ਦੇ ਨਾਲ ਹੈ। ਜਿੱਥੇ ਕੁੱਪ ਹਨੇਰਾ ਹੈ ਵਿਸ਼ੇ ਵਿਕਾਰਾਂ ਦਾ, ਉੱਥੇ ਨਾਮ ਇੱਕ ਚਾਨਣ ਹੈ। ਜਿੱਥੇ ਵਿਸ਼ੇ ਵਿਕਾਰਾਂ ਦੀ ਅਗਨ ਤਪਸ਼ ਹੈ, ਉੱਥੇ ਇਹ ਨਾਮ ਸ਼ੀਤਲ ਠੰਡਕ ਛਾਂ ਹੈ। ਇਹ ਜੀਵ ਨੂੰ ਸ਼ਾਂਤੀ ਦਿੰਦਾ ਹੈ। ਅਸੀਂ ਲੱਭਦੇ ਹਾਂ ਨਾ ਕਿ ਮੇਰੇ ਮਨ ਨੂੰ ਚੈਨ, ਸ਼ਾਂਤੀ, ਠੰਡਕ ਮਿਲੇ, ਪਰ ਗੁਰੂ ਸਾਹਿਬ ਨੇ ਸਾਨੂੰ ਇੱਕ ਖਜ਼ਾਨਾ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਰੂਪ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਪਾਇਆ ਹੈ, ਪਰ ਅਸੀਂ ਇਹਨੂੰ ਵਰਤਣਾ ਕਿਵੇਂ ਹੈ ਇਹ ਸਮਝਣ ਦੀ ਲੋੜ ਹੈ। ਇਹ ਜੋ ਬਾਣੀ ਜਿਹਦੀ ਵਿਚਾਰ ਗੁਰੂ ਸਾਹਿਬ ਲੈ ਰਹੇ ਨੇ, ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਗੌੜੀ ਸੁਖਮਨੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਸੁਖਮਨੀ ਸਾਹਿਬ, ਜਿਸ ਨੂੰ ਅਸੀਂ ਸਤਿਕਾਰ ਦੇ ਨਾਲ ਸੁਖਮਨੀ ਸਾਹਿਬ ਕਰਕੇ ਕਹਿੰਦੇ ਹਾਂ, ਗੌੜੀ ਰਾਗ ਦੀ ਇਹ ਬਾਣੀ ਜਿਹਦੇ ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਸਾਨੂੰ ਨਾਮ ਦੀ ਮਹਿਮਾ ਕਰਾਈ ਹੈ। ਇਹ ਨਾਮ ਦਾ, ਬਾਣੀ ਦਾ ਇਤਨਾ ਵੱਡਾ ਮਹੱਤਵ ਹੈ। ਇਹ ਗੱਲ ਸਿੱਧੜ ਕਰੀਏ, ਇਸ ਵਿਆਖਿਆ ਤੋਂ ਅਸੀਂ ਇਹ ਆਪਣੇ ਮਨ ਦੇ ਵਿੱਚ ਇਹ ਦ੍ਰਿੜਤਾ ਲੈ ਕੇ ਆਈਏ ਕਿ ਨਾਮ ਜਪਣਾ ਹੈ, ਕੇਵਲ ਰਟਨ ਨਹੀਂ ਕਿ ਮੈਂ ਅੱਜ 4 ਸੁਖਮਨੀ ਸਾਹਿਬ ਦੇ ਪਾਠ ਕਰ ਲਏ, ਇਸ ਪਾਸੇ ਧਿਆਨ ਨਹੀਂ ਕਿ ਮੈਂ ਤੇ ਅੱਜ ਸਾਰਾ ਨਿਤਨੇਮ ਕਰ ਲਿਆ, ਮੈਂ ਤੇ 4 ਜਪਜੀ ਸਾਹਿਬ ਦੇ ਪਾਠ ਵੀ ਕਰਤੇ, ਮੈਂ ਤੇ 10 ਬਾਣੀਆਂ ਪੜ੍ਹ ਲਈਆਂ, ਇੱਧਰ ਧਿਆਨ ਨਹੀਂ। ਨਾਮ ਦੀ ਇਸ ਮਹਿਮਾ ਨੂੰ ਸਮਝਦਿਆਂ ਹੋਇਆਂ ਅਸੀਂ ਨਾਮ ਨੂੰ ਹਿਰਦੇ 'ਚ ਵਿਛਾਈਏ ਤੇ ਉਠਤ ਬੈਠਤ ਸੋਵਤ ਜਾਗਤ ਹਰ ਵੇਲੇ ਪਰਮਾਤਮਾ ਦੇ ਇਸ ਇਲਾਹੀ ਨਾਮ ਦੇ ਨਾਲ ਜੁੜੀਏ ਜਿਹਦੇ ਵਰਗਾ ਕੋਈ ਨਹੀਂ। ਸੰਗਤ ਜੀ, ਇਹ ਦੂਜੀ ਅਸ਼ਟਪਦੀ ਦੀਆਂ ਪਹਿਲੀਆਂ 4 ਪੌੜੀਆਂ ਦੀ ਗੁਰੂ ਸਾਹਿਬ ਨੇ ਅਰਥਾਂ ਦੀ ਸੇਵਾ ਲਈ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਇਤਨੀ ਕੁ ਸੇਵਾ ਜਿਹੜੀ ਹੈ ਉਹ ਪ੍ਰਵਾਨ ਕਰਨੀ, ਕਿਉਂਕਿ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ। ਬਾਕੀ ਦੇ ਜਿਹੜੇ ਪਦੇ ਨੇ ਦੂਸਰੀ ਅਸ਼ਟਪਦੀ ਦੇ, ਉਹ ਅਗਲੀ ਕਲਾਸ ਦੇ ਵਿੱਚ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ। ਇੱਕ ਵਾਰ ਫਿਰ IGS ਦੀ ਸਾਰੀ ਟੀਮ ਨੂੰ, ਸਾਰੇ ਸੇਵਾਦਾਰਾਂ ਨੂੰ ਇਸ ਮਹਾਨ ਉਪਰਾਲੇ ਦਾ, ਇਹ ਜੋ ਲੋਕਡਾਊਨ ਦੇ ਦੌਰਾਨ ਇਸ ਤਰ੍ਹਾਂ ਇੱਕ ਡਿਜੀਟਲ ਪਲੇਟਫਾਰਮ ਰਾਹੀਂ ਸੰਸਾਰ ਭਰ ਦੇ ਵਿੱਚ ਸੰਗਤ ਨੂੰ ਗੁਰਬਾਣੀ ਦਾ ਇਹ ਖਜ਼ਾਨਾ ਜਿਹੜਾ ਹੈ ਉਹ ਸੇਵਾ ਰੂਪ ਦੇ ਵਿੱਚ ਸਮਰਪਿਤ ਕਰ ਰਹੇ ਨੇ, ਇਹ ਵਧਾਈ ਦੇ ਪਾਤਰ ਨੇ। ਇੱਕ ਵਾਰ ਫਿਰ ਮੈਂ ਬਹੁਤ ਵਧਾਈ ਵੀ ਦਿੰਦਾ, ਮੁਬਾਰਕਬਾਦ ਵੀ ਦਿੰਦਾ ਔਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਇਸੇ ਤਰ੍ਹਾਂ IGS ਦੀ ਫੈਮਿਲੀ ਤੇ ਮਿਹਰ ਭਰਿਆ ਹੱਥ ਰੱਖਣ ਤੇ IGS ਜੋ ਹੈ ਇੰਟਰਨੈਸ਼ਨਲ ਗੁਰਮਤਿ ਸਟੱਡੀਜ਼ ਜੋ ਹੈ ਇਸੇ ਤਰ੍ਹਾਂ ਸੰਸਾਰ ਭਰ ਦੇ ਵਿੱਚ ਗੁਰਬਾਣੀ ਦੀ ਸਿੱਖ ਸਿਧਾਂਤਾਂ ਦੀ ਸੇਵਾ ਕਰਦੀ ਰਹੇ। ਹੋਈਆਂ ਭੁੱਲਾਂ ਦੀ ਖਿਮਾ ਕਰੋ, ਕਿਰਪਾ ਅਸੀਸ ਦਿਓ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ